ਆ KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 8 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ KRPA 1110 AM ਤੇ ਸੁਣੇ ਜਾ ਸਕਦੇ ਆ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਪੁਰੇਵਾਲ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ 'ਚ। ਪੰਜਾਬੀ ਆਵਾਜ਼ ਦੇ ਸਾਰੇ ਸਰੋਤਿਆਂ ਨੂੰ ਆਦਾਬ ਜੀ। ਡਾਕਟਰ ਸਾਹਿਬ ਅੱਜ ਆਪਾਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਮੀਡੀਆ ਤੋਂ। ਵੈਸੇ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ। ਕੀ ਤੁਹਾਨੂੰ ਲੱਗਦਾ ਕਿ ਜਿਹੜਾ ਮੀਡੀਆ ਹੈਗਾ ਇਹ ਆਪਣਾ ਰੋਲ ਨਿਰਪੱਖ ਹੋ ਕੇ ਨਿਭਾਉਂਦਾ? ਦੇਖੋ, ਜਿਹੜਾ ਮੀਡੀਆ ਹੈ ਨਾ, ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਇਹ ਇੱਕ ਬਿਜ਼ਨਸ ਹੈ। ਵੈਸੇ ਹਾਂਜੀ, ਤੁਸੀਂ ਦੇਖੋ, ਜਿਹੜੀਆਂ ਇੱਕ ਸਟੱਡੀ ਕਿਸੇ ਨੇ ਕੀਤੀ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ, ਪਰ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਤੁਸੀਂ ਕੈਨੇਡਾ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਚਲੋ ਇੰਡੀਆ ਦੇ ਵਿੱਚ ਵੀ ਸਾਡੇ ਕੇਬਲ ਲੱਗੀ ਆ। ਹੁਣ ਪਹਿਲਾਂ ਤਾਂ ਹੁੰਦਾ ਸੀ ਨਾ, ਐਂਟੈਨਾ ਜਿਹਾ ਲਾਇਆ ਹੁੰਦਾ ਸੀ, ਉਹਨੂੰ ਇੱਕ ਜਣਾ ਫੜ ਕੇ ਖੜਾ ਹੁੰਦਾ ਸੀ, ਕਾਂ ਆ ਜਾਣਾ, ਉਹਨੇ ਐਂਟੈਨੇ ਵਿਗੜ ਜਾਣਾ। ਤੇ ਕੇਬਲ ਵੀ ਜਿਹੜੀ ਕੇਬਲ ਲਾਉਂਦੇ ਆ ਉਹ ਕੇਬਲ ਦੇ ਪੈਸੇ ਲੈਂਦੇ। ਹਾਂਜੀ, ਤੁਹਾਡੇ ਮੁਫਤ ਤਾਂ ਨਹੀਂ ਕੇਬਲ ਲੱਗ ਜਾਂਦਾ ਨਾ? ਨਹੀਂ ਤੇ ਅੱਛਾ, ਜਿਹੜੀ ਕੇਬਲ ਨੂੰ ਮੁਫਤ ਤੁਹਾਡੇ ਤੋਂ ਪੈਸੇ ਲੈਂਦੇ ਆ, ਲਾ ਕੇ ਗਏ ਆ, ਤਾਂ ਫਿਰ ਜਿਹੜੇ ਟੀਵੀ ਚੈਨਲਸ ਉਹਦੇ ਥਰੂ ਆਉਂਦੇ ਆ, ਫਿਰ ਉਹ ਤੇ ਐਡ ਆਉਂਦੀ ਹੈ ਜੀ। ਤੁਸੀਂ ਮਤਲਬ ਇੱਕ ਚੀਜ਼ ਨੂੰ ਪੇ ਕਰਦੇ ਆ ਸੁਣਨ ਲਈ, ਪੇਡ ਐਡਵਰਟਾਈਜ਼ਮੈਂਟ। ਇਹ ਦੋ ਚੀਜ਼ਾਂ ਹੋ ਗਈਆਂ ਨਾ। ਬਿਜ਼ਨਸ ਇੱਕ ਰਨ ਕਰ ਰਹੇ ਆ ਮੀਡੀਆ ਦੇ ਨਾਂ ਤੇ ਜੀ। ਹੁਣ ਮੀਡੀਆ ਆਪਣੇ ਆਪ ਹੀ ਫੋਰਥ ਪਿਲਰ ਕਹੀ ਜਾਵੇ ਤਾਂ ਮਰਜ਼ੀ ਗੱਲ ਆ ਉਹਨਾਂ ਦੀ। ਫੋਰਥ ਪਿਲਰ ਤਾਂ ਬਹੁਤ ਆ। ਸਿਵਲ ਸੁਸਾਇਟੀ ਸਾਰੀ ਫੋਰਥ ਪਿਲਰ ਹੈ। ਇਹਦੇ ਵਿੱਚ ਵੱਖ-ਵੱਖ ਸੰਸਥਾਵਾਂ ਆ ਜਿਹੜੀਆਂ ਆਪਣੇ ਆਪਣੇ ਵਿਊਜ਼ ਪੇਸ਼ ਕਰਦੀਆਂ, ਆਲੋਚਨਾ ਪੇਸ਼ ਕਰਦੀਆਂ ਸਰਕਾਰ ਦੀ। ਪਰ ਜਿਹੜਾ ਮੀਡੀਆ ਆ, ਇਹ ਇੱਕ ਸਕੂਲ ਆਫ ਥਾਟ ਤਾਂ ਇਹਨੂੰ ਕਹਿੰਦਾ ਕਿ ਵਸਤਾਂ ਵੇਚਣ ਦਾ ਇਹ ਸਾਧਨ ਹੈ ਜੀ। ਹੁਣ ਤੁਸੀਂ ਇੱਥੇ ਇਹ ਦੇਖ ਲਓ ਕਿ 1950 ਦੇ ਵਿੱਚ ਕੋਈ 2% ਲੋਕੀ ਸੀ ਜਿਹੜੇ ਡੀਓਡਰੈਂਟ ਲਾਉਂਦੇ ਹੁੰਦੇ ਸੀ ਜੀ। ਤੇ ਮੀਡੀਆ ਦੇ ਨਾਲ ਹੀ ਉਹਨਾਂ ਦੀ ਦੇਖੋ ਐਡਵਰਟਾਈਜ਼ਮੈਂਟ ਦਾ ਕਿੰਨਾ ਅਸਰ ਪੈਂਦਾ ਹੈ। ਅੱਜ 2% ਉਹ ਹੋਣੇ ਜਿਹੜੇ ਨਹੀਂ ਲਾਉਂਦੇ ਜੀ। ਬਿਲਕੁਲ, ਕਿ 17 ਸਾਲਾਂ ਦੇ ਵਿੱਚ ਇੰਨਾ ਫਰਕ ਪੈ ਗਿਆ ਨਾ। ਇਹਨਾਂ ਨੇ ਲੋਕਾਂ ਨੂੰ ਕਨਵਿੰਸ ਕਰਕੇ ਰੱਖਤਾ ਕਿ ਤੁਸੀਂ ਯੂਜ਼ ਸਟਿੰਗ ਜੀ। ਬੇਸਿਕਲੀ ਇਹੀ ਹੈ ਮੈਸੇਜ, ਤਾਂ ਇਹੀ ਹੈ ਹਾਂਜੀ। ਤੇ ਨਹਾਉਣ ਦੀ ਇੱਕ ਮੈਂ ਐਡ ਦਿਖਦਾ ਸੀ, ਕਲਕੱਤੇ ਬੈਠਾ ਟੀਵੀ, ਤਾਂ ਮੈਨੂੰ ਉਹਨਾਂ ਦੇ ਸਮਝ ਨਹੀਂ ਸੀ ਆਉਂਦਾ। ਐਕਚੁਅਲੀ ਉਹ ਜਿਹੜਾ ਚੈਨਲ ਸੀ ਉਹ ਬੰਗਾਲੀ ਸੀ। ਉਹਦੇ ਵਿੱਚ ਇੱਕ ਐਡ ਬੜੀ ਮਜ਼ੇਦਾਰ ਮੈਨੂੰ ਲੱਗੀ। ਐਡ ਦੇ ਵਿੱਚ ਉਹ ਕਹਿੰਦੇ ਹੁੰਦੇ ਆ ਵੀ, ਉਹ ਤਾਂ ਦੇਖਣ ਵਾਲੀ ਗੱਲ ਹੈ ਨਾ, ਲੈਂਗੁਏਜ ਭਾਵੇਂ ਨਾ ਵੀ ਸਮਝ ਆਵੇ। ਉਹਦੇ ਵਿੱਚ ਇੱਕ ਬੰਦਾ ਆਉਂਦਾ ਆ, ਚੜ੍ਹਦਾ ਬੱਸ ਦੇ ਵਿੱਚ, ਤੇ ਉਹ ਬੱਸ ਨੂੰ ਅਸੀਂ ਉੱਪਰੋਂ ਨਹੀਂ ਫੜਦੇ ਡੰਡੇ ਜਿਹੇ ਨੂੰ ਜੀ, ਤੇ ਉਹ ਫੜਦਾ ਹੈ ਤੇ ਉਹਦੇ ਆਲੇ ਦੁਆਲੇ ਵਾਲੇ ਬੰਦੇ ਸਾਰੇ ਨੱਠ ਜਾਂਦੇ ਆ ਜਿੰਨੇ ਵੀ ਹਨ, ਕਿ ਉਹ ਮੁਸ਼ਕ ਬਹੁਤ ਆਉਂਦਾ ਉਹਦੇ ਅੰਡਰ ਆਰਮ ਦੇ ਵਿੱਚੋਂ, ਕੱਛਾਂ ਦੇ ਵਿੱਚੋਂ ਹਾਂਜੀ। ਤਾਂ ਫਿਰ ਦੂਜੇ ਦਿਨ ਇੱਕ ਜਿਹੜੀ ਜਿਸ ਚੀਜ਼ ਦੀ ਐਡ ਕਰਦੇ ਆ, ਉਹ ਡੀਓਡਰੈਂਟ ਲਾ ਕੇ ਜਾਂਦਾ ਹੈ। ਉਹ ਡੀਓਡਰੈਂਟ ਲਾ ਕੇ ਜਾਂਦਾ ਹੈ ਤਾਂ ਉਹ ਫੇਰ ਫੜਦਾ ਜਾ ਕੇ ਉਹਨੂੰ ਡੰਡੇ ਨੂੰ, ਤਾਂ ਫੇਰ ਜਿੰਨੀਆਂ ਸਵਾਰੀਆਂ ਆ ਉਹਦੇ ਦੁਆਲੇ ਦੁਆਲੇ ਆਉਂਦੀਆਂ, ਲਾਗੇ ਹੁੰਦੇ ਖੜਦੀਆਂ ਬਿਲਕੁਲ। ਉਹਦਾ ਮਹਿਕ ਬਹੁਤ ਸੋਹਣਾ ਆਉਂਦਾ ਉਹਨਾਂ ਨੂੰ। ਤੇ ਫਿਰ ਉਹ ਕਹਿੰਦੇ ਆ ਇਹ 72 ਘੰਟੇ ਇਫੈਕਟਿਵ ਰਹਿੰਦਾ ਅਖੀਰ ਦੇ ਵਿੱਚ ਹਾਂਜੀ। ਮਤਲਬ ਉਹਨਾਂ ਨੇ ਸੁਨੇਹਾ ਇਹ ਦਿੱਤਾ ਵੀ ਨਹਾਉਣ ਦੀ ਲੋੜ ਨਹੀਂ, ਡੀਓਡਰੈਂਟ ਖਰੀਦ ਲਓ ਜੀ। ਇਹ ਮੀਡੀਆ ਦਾ ਕੰਮ ਹੈ ਸਾਡੇ। ਵੈਸੇ ਵੀ ਡਾਕਟਰ ਸਾਹਿਬ ਜਿਹੜੀ ਆਹ ਐਡਵਰਟਾਈਜ਼ਮੈਂਟ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਇਹਦਾ ਲੋਕਾਂ ਤੇ, ਆਮ ਲੋਕਾਂ ਤੇ ਅਸਰ ਵੀ ਬਹੁਤ ਹੁੰਦਾ। ਕਿਉਂਕਿ ਆਪਾਂ ਦੇਖਦੇ ਹਾਂ ਵੀ ਜਦੋਂ ਕੋਈ ਵੀ ਪਾਰਟਿਕੂਲਰ ਪ੍ਰੋਡਕਟ, ਇੱਕ ਪ੍ਰੋਡਕਟ ਉਹਨੂੰ ਕਿੰਨੀਆਂ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ, ਪਰ ਜਦੋਂ ਕਿਸੇ ਦੀ ਐਡ ਅਸੀਂ ਚਾਹੇ ਰੇਡੀਓ ਤੇ ਸੁਣ ਲਈਏ, ਚਾਹੇ ਆਪਾਂ ਟੀਵੀ ਤੇ ਦੇਖ ਲਈ, ਚਾਹੇ ਨਿਊਜ਼ਪੇਪਰ ਮੈਗਜ਼ੀਨ, ਅਸੀਂ ਉਹਨੂੰ ਕਿਤੇ ਵੀ ਦੇਖਦੇ ਹਾਂ,
ਬਾਰ-ਬਾਰ ਤੁਸੀਂ ਦੇਖਦੇ ਹੋ ਲੋਕਾਂ ਨੂੰ ਉਸ ਚੀਜ਼ ਤੇ ਯਕੀਨ ਹੋਣ ਲੱਗ ਜਾਂਦਾ ਵੀ ਇਹਦੇ ਵਿੱਚ ਆਹ ਕਿਹਾ ਗਿਆ, ਇਸ ਪ੍ਰੋਡਕਟ ਦੇ ਵਿੱਚ ਆਹ ਚੀਜ਼ ਹੈਗੀ ਆ, ਜੇ ਅਸੀਂ ਇਹਨੂੰ ਯੂਜ਼ ਕਰ ਲਿਆ ਤਾਂ ਸਾਡਾ ਜਿਸ ਮਕਸਦ ਦੇ ਲਈ ਵੀ ਉਹ ਯੂਜ਼ ਕਰਦੇ ਆ ਕਿ ਉਹ ਠੀਕ ਹੋ ਜਾਊਗਾ, ਜਾਂ ਅਸੀਂ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਉਹ ਮਹਿਕ ਆਉਣ ਲੱਗ ਜੂਗੀ ਵੀ ਇਹ ਜਿਹੜਾ ਹੈਗਾ ਸੋਲਵ ਹੋ ਜਾਊਗਾ, ਜੋ ਵੀ ਪਰਪਸ ਦੇ ਲਈ ਉਹ ਯੂਜ਼ ਕਰਦੇ ਹੈਗੇ ਆ। ਇਹ ਜਿਹੜਾ ਅਸੀਂ ਗੱਲ ਕਰਦੇ ਹਾਂ ਵਸਤਾਂ ਵੇਚਣ ਦੀ ਨਾ, ਉਹਦੇ ਵਿੱਚ ਕਈ ਵਾਰੀ ਉਹਨਾਂ ਦਾ ਪ੍ਰੋਡਕਟ ਹੁੰਦਾ ਜਿਵੇਂ ਟੂਥਪੇਸਟ ਆ ਫਾਰ ਐਗਜ਼ਾਮਪਲ। ਹਾਂਜੀ। ਅਸੀਂ ਉੱਥੇ ਤੁਸੀਂ ਪਿੰਡਾਂ ਦੇ ਵਿੱਚ ਆਮ ਇਹਨੂੰ ਕੋਲਗੇਟ ਕਹਿੰਦੇ ਹੁੰਦੇ ਸੀ। ਉਹ ਇੱਕ ਕੰਪਨੀ ਆ। ਕੋਲਗੇਟ ਇਜ਼ ਅ ਕੰਪਨੀ ਹੈ। ਕੰਪਨੀ ਆ ਨਾ। ਹਾਂਜੀ। ਤੇ ਉਹ ਕੰਪਨੀ ਦੇ ਨਾਂ ਤੇ ਹੁਣ ਕਲੀਨੈਕਸ ਜਿਹੜਾ ਆ ਕੰਪਨੀ ਆ ਜੀ, ਕਿ ਵੈਸੇ ਤਾਂ ਨੈਪਕਿਨ ਵਰਡ ਆ। ਹਾਂਜੀ। ਅਸੀਂ ਤੁਸੀਂ ਆਮ ਹੀ ਕਹਿਣਗੇ ਬੰਦੇ ਘਰਾਂ 'ਚ ਬੈਠੇ ਆ ਮੈਨੂੰ ਕਲੀਨੈਕਸ ਫੜਾਈ। ਜੀ। ਕਲੀਨੈਕਸ ਤਾਂ ਇੱਕ ਕੰਪਨੀ ਹੈ ਨਾ। ਹਾਂਜੀ। ਉਹਨਾਂ ਨੇ ਪਹਿਲਾਂ ਹੀ ਪ੍ਰੋਡਕਟ ਬਣਾਇਆ ਤਾਂ ਐਡ ਹੀ ਇੰਨੀ ਕੀਤੀ ਹੈ, ਲੋਕਾਂ ਦੇ ਮਨ ਦੇ ਵਿੱਚ ਬਿਠਾਤਾ ਵੀ ਆਹ ਹੀ ਹੈ ਚੀਜ਼। ਸੋ ਇਹ ਇੱਕ ਵਸਤਾਂ ਵੇਚਣ ਵਾਲੀ ਉਹਨਾਂ ਦਾ ਮਤਲਬ ਵਸਤਾਂ ਵੇਚਣ ਲਈ ਇੱਕ ਮੀਡੀਅਮ ਆ। ਹਾਂਜੀ। ਮੀਡੀਆ ਜਿਹੜਾ ਹੈ। ਜੀ। ਅੱਛਾ, ਹੁਣ ਮੀਡੀਆ ਦੇ ਵਿੱਚ ਕੁਛ ਨਾ ਕੁਛ ਤਾਂ ਦੇਣਾ ਪੈਣਾ ਰੈਪ ਕਰਨ ਲਈ ਤਾਂ। ਜੀ। ਰੈਪ ਕਰਨ ਲਈ ਉਹਨਾਂ ਨੂੰ ਨਿਊਜ਼ ਦੇਣੀਆਂ ਪੈਂਦੀਆਂ। ਵੈਸੇ ਤਾਂ ਕੋਈ ਅਖਬਾਰ ਨਹੀਂ ਚੱਕਦਾ, ਤੁਸੀਂ ਪੜ੍ਹਨ ਲਈ ਉਹਨੂੰ ਲਾਓਗੇ, ਪੜ੍ਹੋਗੇ ਵੀ ਉਹੀ ਜਿਹੜੀ ਕੋਈ ਸੈਂਸੇਸ਼ਨਲ ਨਿਊਜ਼ ਹੋਊਗੀ। ਹਾਂਜੀ, ਬਿਲਕੁਲ। ਖਾਸ ਤੌਰ ਤੇ ਜਿਹਦਾ ਦਿਸਦੀ ਹੋਵੇ। ਤੇ ਇੱਕ ਇੰਗਲੈਂਡ ਦੀ ਮੇਰੇ ਕੋਲ ਮੈਂ ਵੀ ਇੱਕ ਮੀਡੀਆ ਬਾਰੇ ਅਸੀਂ ਗੱਲ ਕਰਦੇ ਹੁੰਦੇ ਲੈਕਚਰ ਤੇ ਉਹ ਇੰਗਲੈਂਡ ਦੀ ਬਹੁਤ ਵਧੀਆ ਮੈਨੂੰ ਐਡ ਲੱਗੀ। ਉੱਥੇ ਇੰਗਲੈਂਡ ਦੇ ਵਿੱਚ ਟੈਬਲੋਇਡ ਦੇ ਵਿੱਚ ਕਾਲਾ ਮੁੰਡਾ ਉਹ ਫਰੰਟ ਪੇਜ ਤੇ ਬਣਾਇਆ ਆ ਤੇ ਉਹਦੇ ਉੱਤੇ ਲਿਖਿਆ ਆ ਵੀ ਕਾਲੇ ਮੁੰਡੇ ਜਿਹੜੇ ਆ ਉਹ ਸਕੂਲ ਪਸੰਦ ਨਹੀਂ ਕਰਦੇ। ਅੱਛਾ, ਬੰਦਾ ਹੈਰਾਨ ਹੁੰਦਾ ਪੜ੍ਹ ਕੇ ਵੀ ਇਹ ਕਿਉਂ ਨਹੀਂ ਪਸੰਦ ਕਰਦੇ, ਗੋਰਿਆਂ ਨੂੰ ਹੀ ਕਿਉਂ ਸਕੂਲ ਪਸੰਦ ਆਉਂਦਾ। ਫਿਰ ਤੁਸੀਂ ਇਨਸਾਈਡ ਪੜ੍ਹੋ ਨਾ ਤੇ ਉਹ ਕਹਿੰਦੇ ਵੀ ਇਹ ਉਹ ਕਾਲੇ ਜਿਹੜੇ ਅਫਰੀਕਾ ਤੋਂ ਕੈਰੀਬੀਅਨ ਤੋਂ ਆਉਂਦੇ ਨਾ, ਉੱਥੇ ਮਰਦ ਪ੍ਰਧਾਨ ਸੁਸਾਇਟੀਜ਼ ਆ ਤੇ ਇੱਥੇ ਇੰਗਲੈਂਡ ਦੇ ਵਿੱਚ ਜ਼ਿਆਦਾ ਟੀਚਰਸ ਜਿਹੜੇ ਆ ਫੀਮੇਲਸ ਆ। ਇਹ ਵੀ ਇੱਕ ਪ੍ਰੋਬਲਮ ਹੈ ਨਾ। ਉਹ ਕਹਿੰਦੇ ਜਦੋਂ ਫੀਮੇਲਸ ਨੂੰ ਦੇਖਦੇ ਆ ਟੀਚਿੰਗ ਕਰਦੇ, ਬੰਦਾ ਉੱਥੇ ਕੋਈ ਹੈ ਹੀ ਨਹੀਂ ਹੈ ਤੇ ਉੱਥੋਂ ਫਿਰ ਉਹਨਾਂ ਸਕੂਲੇ ਨਹੀਂ ਜਾਂਦੇ ਕਈ ਵਾਰ। ਇਹ ਇੱਕ ਸਟੱਡੀ ਪੇਸ਼ ਕੀਤੀ ਸੀ ਕਿਸੇ ਨੇ ਤਾਂ ਉਹ ਜਿਹੜੀ ਹੈਡਲਾਈਨ ਲਾਈ ਸੀ ਉਹ ਇਦਾਂ ਲੱਗਦਾ ਸੀ ਵੀ ਤਾਂ ਕਾਲਿਆਂ ਨੂੰ ਸਕੂਲ ਹੀ ਪਸੰਦ ਨਹੀਂ। ਤੇ ਨਿਊਜ਼ ਵਿੱਚ ਕੁਝ ਹੋਰ ਸੀ। ਨਿਊਜ਼ ਦੇ ਵਿੱਚ ਹੋਰ ਸੀ, ਉਹ ਅਸਲੀ ਸਟੱਡੀ ਸੀ ਜਿਹੜੀ ਨਿਊਜ਼ ਦੇ ਵਿੱਚ। ਸੋ ਇਸ ਤਰ੍ਹਾਂ ਜਿਹੜਾ ਇੱਕ ਪੈਕੇਜ ਦੇਣਾ ਹੈ ਨਾ, ਇੱਕ ਜ਼ਮਾਨਾ ਹੁੰਦਾ ਸੀ ਕਿ ਮੀਡੀਆ ਦੇ ਵਿੱਚੋਂ ਸਰਕਾਰ ਹਮੇਸ਼ਾ ਹੀ ਐਡਵਰਟਾਈਜ਼ਮੈਂਟ ਕਰਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ, ਸਰਕਾਰਾਂ ਵੀ ਐਡਵਰਟਾਈਜ਼ਮੈਂਟ ਕਰਦੀਆਂ। ਹਾਂਜੀ। ਪਰ ਪਹਿਲਾਂ ਥੋੜੀ ਕਰਦੀਆਂ ਹੁੰਦੀਆਂ ਸੀ। ਜੇ ਕਿਸੇ ਨੂੰ ਕੋਈ ਯਾਦ ਹੋਣਾ 50s 60s ਦੇ ਵਿੱਚ 70s ਦੇ ਵਿੱਚ ਐਡ ਤਾਂ ਆਉਂਦੀਆਂ ਸੀ ਪਰ ਬਹੁਤ ਘੱਟ ਆਉਂਦੀਆਂ ਸੀ ਸਰਕਾਰ ਦੀਆਂ। ਸੋ ਉਹਨਾਂ ਨੂੰ ਜਿਹੜੀਆਂ ਪ੍ਰਾਈਵੇਟ ਕੋਈ ਨਿਊਜ਼ਪੇਪਰ ਰਨ ਕਰ ਰਿਹਾ, ਕੋਈ ਉਦੋਂ ਟੀਵੀ ਤਾਂ ਪ੍ਰਾਈਵੇਟ ਜ਼ਿਆਦਾ ਹੈ ਹੀ ਨਹੀਂ ਸੀ, ਜ਼ਿਆਦਾ ਨਿਊਜ਼ਪੇਪਰ ਹੀ ਸੀ, ਮੈਗਜ਼ੀਨ ਸੀਗੇ। ਇਹਨਾਂ ਨੂੰ ਜ਼ਿਆਦਾ ਰਿਲਾਈ ਕਰਨਾ ਪੈਂਦਾ ਸੀ ਪ੍ਰਾਈਵੇਟ ਕੰਪਨੀਆਂ ਤੇ। ਹੁਣ ਪ੍ਰਾਈਵੇਟ ਕੰਪਨੀਆਂ ਦੀ ਮਸ਼ਹੂਰੀ ਲਈ ਉਹਨਾਂ ਨੂੰ ਚਾਹੀਦੀ ਆ ਵੀ ਤੁਹਾਡੇ ਪੜ੍ਹਦੇ ਵੀ ਆ ਕੋਈ ਅਖਬਾਰ। ਹੁਣ ਇਹ ਪੜ੍ਹਨ ਲਈ ਤੁਹਾਨੂੰ ਕੀ ਚਾਹੀਦਾ? ਤੁਹਾਨੂੰ ਪਾਠਕ ਚਾਹੀਦੇ। ਹਾਂਜੀ। ਜਿਹੜੇ ਅਖਬਾਰਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਸਹੁੰ ਖਾਧੀ ਸੀ ਵੀ ਅਸੀਂ ਪੰਜਾਬੀ ਦਾ ਜਿਹੜਾ ਗੁਰਮੁਖੀ ਅਖਬਾਰ ਨਹੀਂ ਲਾਉਣਾ, ਉਹਨਾਂ ਨੇ ਵੀ ਗੁਰਮੁਖੀ ਕੱਢਣੇ ਸ਼ੁਰੂ ਕਰਤੇ ਕਿਉਂਕਿ ਉਹਨਾਂ ਨੂੰ ਪਾਠਕ ਚਾਹੀਦੇ ਸੀ। ਹਾਂਜੀ। ਹੁਣ ਕੰਪਨੀਆਂ ਦਾ ਜ਼ੋਰ ਪਾਇਆ ਆ ਵੀ ਅਸੀਂ ਐਡਵਰਟਾਈਜ਼ ਤਾਂ ਹੀ ਦੇਣੀ ਹੈ ਜੇ ਲੋਕੀ ਪੜ੍ਹਨਗੇ ਇਹਦਾ। ਜੀ। ਅੱਛਾ, ਉਹਨਾਂ ਨੂੰ ਹੁਣ ਫਿਰ ਸੈਂਸੇਸ਼ਨਲ ਨਿਊਜ਼ ਵੀ ਦੇਣੀਆਂ ਪੈਣੀਆਂ। ਹੁਣ ਕਈ ਜਿਹੜੀ ਬੰਦੇ ਪਾਠਕ ਤਾਂ ਹੀ ਪੜ੍ਹਦੇ ਆ ਕਿ ਜੇ ਉਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਕੋਈ ਇਨਵੈਸਟੀਗੇਸ਼ਨ ਵੀ ਕਰ ਰਿਹਾ, ਸਟਿੰਗ ਆਪਰੇਸ਼ਨ ਜਾਂ ਕੋਈ ਇਦਾਂ ਦੀ ਇਨਵੈਸਟੀਗੇਸ਼ਨ ਲੱਗੇ ਵੀ ਜਿਨ੍ਹਾਂ ਨੇ ਕਿਸੇ ਪੱਤਰਕਾਰਾਂ ਨੇ 10-12 ਜਾਣੇ ਨੇ ਰਲ ਕੇ ਕਿਸੇ ਡਿਪਾਰਟਮੈਂਟ ਦਾ ਕੋਈ ਖੁਲਾਸਾ ਕੀਤਾ, ਵੱਡਾ ਖੁਲਾਸਾ, ਉਹਦੇ ਵਿੱਚ ਮਤਲਬ ਕੋਈ ਦਿਲਚਸਪ ਗੱਲ ਹੋਵੇ ਨਾ, ਵੈਸੇ ਹੀ ਨਾ ਹੋਵੇ। ਹਾਂਜੀ। ਤੇ ਉਸ ਤਰ੍ਹਾਂ ਦੀਆਂ ਖਬਰਾਂ ਕਿਤੇ ਕਿਤੇ ਆਉਂਦੀਆਂ ਹੁੰਦੀਆਂ ਸੀ। ਹੁਣ ਜਿਹੜੀ ਪ੍ਰਾਈਵੇਟ ਜਿਹੜੀ ਐਡਸ ਆਉਂਦੀਆਂ ਉਹ ਬਹੁਤ ਘੱਟ ਗਈਆਂ। ਇੱਕ ਤਾਂ ਸੋਸ਼ਲ ਮੀਡੀਆ ਨੇ ਖਤਮ ਕਰਤਾ। ਜੀ। ਤੁਸੀਂ ਦੇਖ ਲਓ YouTube ਤੇ ਕੋਈ ਗਾਣਾ ਸੁਣਦੇ ਆ, ਉੱਥੇ ਐਡ ਹੀ ਆਈ ਜਾਂਦੀਆਂ। ਜੀ। ਉਹ ਛੋਟੀਆਂ ਐਡ ਬਣਾਈਆਂ ਉਹਨੇ ਪਰ ਆਉਂਦੀਆਂ ਬਹੁਤ ਆ। ਹਾਂਜੀ।
ਜਿਹੜਾ ਗਾਣਾ 10 ਮਿਲੀਅਨ 15 ਮਿਲੀਅਨ ਬੰਦੇ ਨੇ ਸੁਣਿਆ ਹੁੰਦਾ ਨਾ, ਉਹਦੇ ਤਾਂ ਬਹੁਤੇ ਐਡ ਆਉਂਦੀਆਂ। ਸੋ ਹੁਣ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਸੋਚ ਲਿਆ ਵੀ ਜੇ ਸਾਨੂੰ ਫਾਇਦਾ ਹੁੰਦਾ ਆ, ਇਹਦੇ ਥਰੂ ਫਾਇਦਾ ਹੁੰਦਾ। ਜੇ ਖਾਸ ਤੌਰ ਤੇ ਜੇ ਯੂਥ ਦਾ ਤੁਸੀਂ ਉਹਨੂੰ ਮਾਰਕੀਟਿੰਗ ਕਰਨਾ ਕਿਸੇ ਪ੍ਰੋਡਕਟ ਨੂੰ, ਤੇ ਤੁਸੀਂ ਫਿਰ ਇੰਸਟਾਗ੍ਰਾਮ ਤੇ ਐਡ ਕਰੋਗੇ, ਟਵਿੱਟਰ ਤੇ ਐਡ ਕਰੋਗੇ, ਫੇਸਬੁੱਕ ਤੇ ਕਰੋਗੇ, ਯੂਟਿਊਬ ਤੇ ਕਰੋਗੇ। ਜਿਹੜਾ ਪੁਰਾਣਾ ਟ੍ਰੈਡੀਸ਼ਨਲ ਮੀਡੀਆ ਉਹਦਾ ਰਾਈਵਲ ਪੈਦਾ ਹੋ ਗਿਆ ਹੁਣ ਜੀ। ਹੁਣ ਇਸ ਸਿਚੁਏਸ਼ਨ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਇੱਕ ਸਮਾਂ ਆਇਆ ਜਦੋਂ ਬਹੁਤ ਸੰਕਟ ਸੀ। ਮਤਲਬ ਬੰਦੂਕਧਾਰੀ ਤੁਰੇ ਫਿਰਦੇ ਸੀ, ਕਦੇ ਇੱਧਰ ਕਦੇ ਉੱਧਰ, ਕਿਤੇ ਬੱਸ ਚੋਂ ਕੱਢ ਕੇ ਮਾਰਤੇ, ਟ੍ਰੇਨ ਚੋਂ ਕੱਢ ਕੇ ਮਾਰਤੇ। ਰੋਜ਼ ਖਬਰ ਇਹ ਹੀ ਹੁੰਦੀ ਸੀ, ਫਲਾਣੇ ਤਾਂ ਇੰਨੇ ਮਾਰਤੇ, ਫਲਾਣੇ ਤਾਂ ਇੰਨੇ ਮਾਰਤੇ। ਉਦੋਂ ਸਰਕਾਰ ਨੇ ਐਡਸ ਜਿਹੜੀਆਂ ਖਾਸ ਤੌਰ ਤੇ ਨਿਊਜ਼ਪੇਪਰਸ ਵਗੈਰਾ ਨੂੰ ਨਾ ਬਹੁਤ ਦੇਣੀਆਂ ਸ਼ੁਰੂ ਕੀਤੀਆਂ। ਉਤੋਂ ਗੁਰਬਾਣੀ ਚੋਂ ਕੋਈ ਸ਼ਬਦ ਕੱਢ ਕੇ ਥੱਲੇ ਸਾਰੀ ਉਹਨਾਂ ਦੀ ਸਿੱਖਿਆ ਦਿੱਤੀ ਹੁੰਦੀ ਸੀ ਵੀ ਇਦਾਂ ਕਰਨਾ ਚਾਹੀਦਾ, ਇਦਾਂ ਕਰਨਾ ਚਾਹੀਦਾ। ਉਸ ਤੋਂ ਬਾਅਦ ਹੁਣ ਦੇਖੋ, ਹੁਣ ਸਰਕਾਰਾਂ ਦੀਆਂ ਐਡ ਜਿਹੜੀਆਂ ਆਉਂਦੀਆਂ ਆ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਖੜਾ ਹੋਵੇ ਜਾਂ ਹੱਥ ਜੋੜ ਕੇ, ਹਾਂਜੀ, ਚਾਹੇ ਉਹ ਭਗਵੰਤ ਮਾਨ ਖੜਾ ਹੋਵੇ, ਚਾਹੇ ਚਰਨਜੀਤ ਚੰਨੀ ਖੜਾ ਹੋਵੇ, ਇਹਨਾਂ ਦੀਆਂ ਫੁੱਲ ਪੇਜ ਦੀਆਂ ਐਡਸ ਆਉਂਦੀਆਂ। ਉਹ ਚੱਲਦੀਆਂ ਰਹਿੰਦੀਆਂ ਪੂਰਾ ਸਾਲ ਹੀ, ਪੂਰਾ ਸਾਲ। ਤੇ ਜੇ ਤੁਸੀਂ ਤੁਸੀਂ ਹੈਗੇ ਓਨਰ ਹੈਗੇ ਕਿਸੇ ਅਖਬਾਰ ਦੇ, ਸੋ ਸਭ ਤੋਂ ਪਹਿਲਾਂ ਤਾਂ ਤੁਹਾਡੀ ਨਿਗਾਹ ਰਹਿਣੀ ਕਿ ਸਰਕਾਰ ਸਾਨੂੰ ਐਡ ਦੇਈ ਜਾਵੇ। ਹਾਂਜੀ। ਜੇ ਤੁਸੀਂ ਪੰਗਾ ਲਓਗੇ ਸਰਕਾਰ ਨਾਲ, ਆਲੋਚਨਾ ਕਰੋਗੇ, ਜਿਹੜਾ ਤੁਹਾਡਾ ਕੰਮ ਹੋਣਾ ਚਾਹੀਦਾ ਹੈ ਵੈਸੇ ਮੀਡੀਆ ਦਾ ਜੀ, ਜੇ ਉਹਨਾਂ ਦੀ ਆਲੋਚਨਾ ਕਰੋਗੇ, ਜੇ ਤੁਸੀਂ ਸੱਚੀਆਂ ਖਬਰਾਂ ਦਿਓਗੇ, ਤੇ ਫਿਰ ਉਹ ਹੌਲੀ ਹੌਲੀ ਐਡਾਂ ਤੁਹਾਡੀਆਂ ਘਟਾ ਦੇਣਗੇ। ਹਾਂਜੀ। ਉਹ ਰੈਵਨਿਊ ਘਟ ਗਿਆ ਨਾ ਤੁਹਾਡਾ। ਤਾਂ ਹੀ ਤਾਂ ਜੇ ਤੁਸੀਂ ਕੋਈ ਕ੍ਰਿਟੀਕਲ ਮਾਈਂਡ ਹੈ ਨਾ, ਉਹ ਸੋਚਦਾ ਕਿ ਆਹ ਖਬਰ ਦੱਸੋ ਕਿਹੜੀ ਆ। ਭਗਵੰਤ ਮਾਨ ਨੇ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ। ਇਹ ਚਲੋ ਬੰਦਾ ਇੱਕ ਧਰਮ ਦੇ ਵਿੱਚ ਯਕੀਨ ਕਰਦਾ, ਕੋਈ ਮੰਦਿਰ ਜਾਂਦਾ ਹੈ, ਕੋਈ ਗੁਰਦੁਆਰੇ ਜਾਂਦਾ ਹੈ, ਕੋਈ ਮਸਜਿਦ ਜਾਂਦਾ ਹੈ, ਜਾਓ ਸ਼ੁਕਰ ਕਰੋ ਅੱਲਾ ਦਾ, ਠੀਕ ਹੈ ਗੱਲ। ਤੇ ਮੈਨੂੰ ਕਿਉਂ ਪੜ੍ਹਨ ਦੀ ਉਹਦੀ ਜ਼ਰੂਰਤ ਹੈ? ਦੱਸੋ ਇਹ ਕੀ ਖਬਰ ਦੇਣੀ ਹੈ ਤੁਸੀਂ? ਵੀ ਜਾਂ ਤਾਂ ਹੋਵੇ ਵੀ ਤੂੰ ਹਰਿਮੰਦਰ ਸਾਹਿਬ ਦੇ ਵਿੱਚ ਗਿਆ, ਵੀ ਕੋਈ ਏਦਾਂ ਦਾ ਕੰਮ ਕੀਤਾ ਜਿਹੜਾ ਉਹਦੇ ਵਿੱਚ ਕੋਈ ਕੰਟਰੀਬਿਊਸ਼ਨ ਹੈ। ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਸੋਨਾ ਚੜਾਤਾ ਸੀ, ਮਤਲਬ ਇਹ ਇੱਕ ਨਵੀਂ ਚੀਜ਼ ਹੈ। ਹਾਂਜੀ। ਇਹ ਕੋਈ ਖਬਰ ਤੁਸੀਂ ਦੇ ਸਕਦੇ ਆ। ਦਰਸ਼ਨ ਡਿਊਟੀ ਉਹਨਾਂ ਨੇ ਚੌੜੀ ਕਰਤੀ, ਚਲੋ ਇਹ ਨਵੀਂ ਖਬਰ ਹੈ। ਇੱਕ ਮੱਥਾ ਟੇਕਣ ਗਏ ਦੀ ਮੈਨੂੰ ਸਮਝ ਨਹੀਂ ਆਈ ਅੱਜ ਤਾਈਂ ਵੀ ਇਹ ਕਿਹੜੀ ਖਬਰ ਹੈ। ਡਾਕਟਰ ਸਾਹਿਬ, ਪੀਆਰ ਨੇ ਵੀ ਤਾਂ ਆਪਣਾ ਰੋਲ ਨਿਭਾਉਣਾ ਹੁੰਦਾ। ਫਿਰ ਇਹ ਅਖਬਾਰਾਂ ਵੀ ਤਾਂ ਹੀ ਛਾਪਦੀਆਂ ਨਾ। ਹਾਂਜੀ। ਤੁਸੀਂ ਟੀਵੀ ਤੇ ਦੇਖੋ, ਟੀਵੀ ਤੇ ਦਿਖਾਈ ਜਾਂਦੇ ਮੁੜ ਮੁੜ ਕੇ। ਇਹ ਪੰਜਾਬ ਦੇ ਮਤਲਬ ਹਿੰਦੁਸਤਾਨ ਦੇ ਵਿੱਚ ਹੀ ਸਾਰੇ ਇਹ ਆ। ਉਹ ਜਾਂ ਤਾਂ ਆਪ ਬੇਵਕੂਫ ਆ, ਤੇ ਜਾਂ ਉਹ ਸਮਝਦੇ ਕਿ ਸਾਡੇ ਜਿਹੜੇ ਦੇਖਣ ਵਾਲੇ ਬੇਵਕੂਫ ਆ, ਪੜ੍ਹਨ ਵਾਲੇ ਬੇਵਕੂਫ ਆ। ਇੱਕ ਖਬਰ ਹੁੰਦੀ ਆ ਕੋਈ 30 ਸਕਿੰਟ ਦੀ, ਉਹਨੂੰ 20 ਜਾਂ 25 ਵਾਰੀ ਇੰਨੀ ਛੇਤੀ ਦੁਹਰਾਉਂਦੇ ਆ ਨਾ, ਮੁੜ ਮੁੜ ਕੇ ਉਹੀ, ਮੁੜ ਮੁੜ ਕੇ ਉਹੀ, ਮੁੜ ਮੁੜ ਕੇ ਉਹੀ। ਹਾਂਜੀ। ਤਾਂ ਅੱਛਾ, ਉਹ ਥੋੜਾ ਜਿਹਾ ਤੁਸੀਂ ਦੇਖ, ਫਿਰ ਕੋਈ ਹੋਰ ਖਬਰ ਆ ਜਾਂਦੀ ਹੈ ਨਾ, ਅੱਧੇ ਘੰਟੇ ਬਾਅਦ ਫਿਰ ਉਹ ਆ ਜਾਂਦੀ ਹੈ। ਉਹ ਆਉਂਦੀ ਇਸ ਕਰਕੇ ਆ, ਉਹ ਦਿਖਾਉਣਾ ਚਾਹੁੰਦੇ ਆ ਵੀ ਭਾਈ ਜੇ ਤੁਸੀਂ ਸਾਨੂੰ ਐਡ ਦਿੰਦੇ ਆ ਤਾਂ ਅਸੀਂ ਤੁਹਾਡੀ ਐਡਵਰਟਾਈਜ਼ਮੈਂਟ ਦੇ ਨਾਲ ਨਾਲ ਤੁਹਾਡੀ ਬੱਲੇ ਬੱਲੇ ਵੀ ਕਰਾਉਣੇ ਆ। ਹਾਂਜੀ। ਉਹ ਬੱਲੇ ਬੱਲੇ ਦੀ ਜਦੋਂ ਤੁਸੀਂ ਦੇਖੋ, ਦਿੱਲੀ ਦੀ ਸਰਕਾਰ ਤੇ ਇੱਕ ਸਵਾਲ ਪੈਦਾ ਕੀਤਾ ਸੀ ਚਰਨਜੀਤ ਚੰਨੀ ਨੇ ਉਸ ਵੇਲੇ, ਕਿ ਜਦੋਂ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਕੈਂਪੇਨਿੰਗ ਕਰਦੀ ਸੀ, ਦਿੱਲੀ ਅਖਬਾਰ ਸਰਕਾਰ ਦਾ ਪੰਜਾਬ ਦੇ ਸਾਰੇ ਅਖਬਾਰਾਂ ਨੂੰ, ਪੰਜਾਬ ਦੇ ਸਾਰੇ ਟੀਵੀ ਨੂੰ ਇੰਨੀਆਂ ਐਡਸ ਦਿੰਦੀ ਸੀ, ਹੁੰਦੀਆਂ ਦਿੱਲੀ ਸਰਕਾਰ ਦੀਆਂ ਸੀ। ਹਾਂਜੀ। ਉੱਥੇ ਦਿੱਲੀ ਸਰਕਾਰ ਦੀਆਂ ਜਿਹੜੀਆਂ ਐਡਸ ਉਹ ਮੈਂ ਪੜ੍ਹਦਾ ਸੀ, ਮੈਂ ਵੀ ਦਸੰਬਰ 'ਚ ਉੱਥੇ ਸੀ। ਮੈਂ ਉਹ ਜੇ ਤੁਸੀਂ ਪੜ੍ਹਦੇ ਆ, ਇਦਾਂ ਲੱਗਦਾ ਜਿੱਦਾਂ ਦਿੱਲੀ ਨਹੀਂ ਹੁੰਦਾ, ਨਾਰਵੇ ਹੁੰਦਾ। ਉੱਥੇ ਅਸੀਂ ਇਦਾਂ ਕਰਤਾ, ਉੱਥੇ ਅਸੀਂ ਇਦਾਂ ਕਰਤਾ। ਹੁਣ ਪੰਜਾਬ ਦੇ ਵਿੱਚ ਉਹ ਬੰਦੇ ਬੈਠੇ, ਉਹਨਾਂ ਦੇ ਸਪੋਕਸਮੈਨ, ਜਿਹੜੇ ਹਰ ਰੋਜ਼ ਜਿਹੜੇ ਪੰਜਾਬ ਤੇ ਦੁਖੀ ਹੋ ਗਏ ਵੀ ਸਾਡਾ ਐਜੂਕੇਸ਼ਨ ਸਿਸਟਮ ਉਹਨਾਂ ਨਾਲੋਂ ਚੰਗਾ ਆ, ਸਾਡੇ ਬੱਚੇ ਉਹਨਾਂ ਨਾਲੋਂ ਚੰਗੇ ਆ। ਹਾਂਜੀ। ਤਾਂ ਉਹਨਾਂ ਦੇ ਦਿੱਲੀ ਵਾਲਿਆਂ ਦੇ ਫਾਡੀ ਰਹਿ ਗਏ ਜੀ।
ਵੈਸੇ ਵੀ ਦਿੱਲੀ 'ਚ ਲੋਕੀ ਇੱਥੋਂ ਜਾਂਦੇ ਆ, ਪੰਜਾਬ ਤੋਂ ਆਉਂਦੇ ਆ, ਦਿੱਲੀ ਜਾ ਕੇ ਤੁਹਾਨੂੰ ਮਹਿਸੂਸ ਹੁੰਦਾ ਵੀ ਤੁਹਾਨੂੰ ਸਾਹ ਨਹੀਂ ਆਉਂਦਾ ਵੈਸੇ। ਹਾਂਜੀ। ਪਰ ਉਹ ਅਖਬਾਰ ਦੇ ਜਿਹੜੀ ਐਡ ਫੂਰੀਆਂ ਦੇਖਦੇ ਸੀ, ਫਿਰ ਉਹ ਤੇ ਇਦਾਂ ਲੱਗਦਾ ਸੀ ਵੀ ਦਿੱਲੀ ਪਤਾ ਨਹੀਂ ਕੀ ਕਰਤਾ, ਵੀ ਤੇ ਦਿੱਲੀ ਤਾਂ ਆਈਸਲੈਂਡ ਬਣਾਤਾ ਇਹਨਾਂ ਨੇ। ਹਾਂਜੀ। ਇਹ ਸਭ ਤੋਂ ਵੱਡੀ ਗੱਲ ਤਾਂ ਹੈਗੀ ਹੈ ਰੈਵਨਿਊ ਦੀ ਜੀ। ਕਹਿੰਦੇ ਹੀ ਹੁੰਦੇ ਆ, ਹੀ ਹੂ ਪੇਜ਼ ਦੀ ਪਾਈਪਰ ਕਾਜ਼ ਦੀ ਟਿਊਨ। ਯੈਸ। ਜਿਹੜਾ ਰੁਪਈਆ ਦਿੰਦਾ ਨਾ ਗਾਉਣ ਵਾਲੇ ਨੂੰ, ਉਹੀ ਫਿਰ ਕਹਿੰਦਾ ਵੀ ਤੂੰ ਆਹ ਗਾਣਾ ਗਾ। ਹਾਂਜੀ। ਉਹਦੇ ਕਹੇ ਉਹ ਗਾਉਂਦੇ ਵੀ ਆ। ਹਾਂਜੀ। ਤੇ ਇਸ ਤਰ੍ਹਾਂ ਨਾ ਸਰਕਾਰਾਂ ਨੇ ਹੁਣ ਲਾਤੇ ਆ, ਜਿਨ੍ਹਾਂ ਦੀ ਆਲੋਚਨਾ ਕਰਨੀ ਚਾਹੀਦੀ ਆ, ਉਹਨਾਂ ਦੇ ਡਾਲਰਾਂ ਤੇ ਹੁਣ ਉਹਨਾਂ ਦੀਆਂ ਸਿਫਤਾਂ ਕਰ ਰਹੇ ਆ। ਹੁਣ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਅਸੀਂ ਸਵਾਲ ਵੀ ਪੁੱਛਿਆ ਸੀ। ਹੁਣ ਤੁਸੀਂ ਦੇਖਦੇ ਆ ਕਿ ਉੱਥੇ ਦੇ ਮੰਤਰੀ ਜਿਹੜੇ ਆ ਉਹ ਵੱਖ-ਵੱਖ ਅੱਗੇ ਵੀ ਜਾਂਦੇ ਸੀ ਤਾਂ ਹੁਣ ਵੀ ਜਾਂਦੇ ਆ। ਹਾਂਜੀ। ਇਹ ਕਹਿਣਗੇ ਜੀ ਇਹਨਾਂ ਨੇ ਹਸਪਤਾਲ ਜਾ ਕੇ ਛਾਪਾ ਮਾਰਿਆ, ਇਹ ਜੀਟੀ ਰੋਡ ਤੇ ਖੜੇ ਇਹਨਾਂ ਨੇ ਚੈੱਕ ਕੀਤਾ। ਇਹ ਕੰਮ ਇੱਕ ਅਸੀਂ ਸਿਵਲ ਬਿਊਰੋਕ੍ਰੇਸੀ ਰੱਖੀ ਆ, ਜਿਹਨੂੰ ਤਨਖਾਹ ਦਿੰਦੇ ਆ ਜੀ, ਇਹ ਉਹਨਾਂ ਦਾ ਕੰਮ ਆ। ਹਾਂਜੀ। ਜੇ ਹਸਪਤਾਲ ਦੇ ਵਿੱਚ ਛਾਪਾ ਮਾਰਨ ਦਾ ਕੰਮ ਆ, ਇਹ ਇੱਕ ਡਿਸਟ੍ਰਿਕਟ ਹੈਲਥ ਆਫੀਸਰ ਦਾ ਕੰਮ ਹੈ। ਉਹ ਜਾ ਕੇ ਦੇਖੇ ਵੀ ਭਾਈ ਤੁਹਾਨੂੰ ਦਵਾਈ ਲਈ ਪੈਸੇ ਦਿੱਤੇ, ਤੁਹਾਡੇ ਦਵਾਈਆਂ ਹੈਗੀਆਂ, ਤੁਹਾਨੂੰ ਤੁਹਾਡੇ ਡਾਕਟਰ ਲਾਇਆ ਸੀ, ਉਹ ਡਾਕਟਰ ਆਉਂਦਾ ਵੀ ਆ, ਨਰਸ ਰੱਖੀ ਸੀ, ਨਰਸ ਆਉਂਦੀ ਵੀ ਆ ਇੱਥੇ, ਉਹ ਉਹਨਾਂ ਦੇ ਰੈਕਡ ਚੈੱਕ ਕਰੇ ਜੀ। ਮੰਤਰੀ ਦਾ ਉੱਥੇ ਕੀ ਕੰਮ ਹੈ? ਪਰ ਇਹ ਮੰਤਰੀ ਨੂੰ ਦੱਸਣ ਵਾਲੇ ਹੁੰਦੇ ਪੱਤਰਕਾਰ ਜੀ, ਬਈ ਉੱਥੇ ਤੂੰ ਜਾ, ਅਸੀਂ ਤੇਰੀ ਬੱਲੇ ਬੱਲੇ ਕਰਾਈਏ, ਅਸੀਂ ਤੇਰੀ ਹੈਡਲਾਈਨ ਦਈਏ। ਯੈਲੋ ਜਰਨਲਿਜ਼ਮ ਨੇ ਤਾਂ ਡਾਕਟਰ ਸਾਹਿਬ ਪੱਤਰਕਾਰੀ ਦਾ ਜਮਾ ਹੀ ਕਹਿ ਲੋ ਕੰਮ ਖਰਾਬ ਕਰਤਾ ਪੂਰਾ। ਇੱਕ ਵਾਰ ਮੈਨੂੰ ਯਾਦ ਹੈ, ਮਜੀਠੇ ਦੇ ਵਿੱਚ ਬਾਈ ਇਲੈਕਸ਼ਨ ਹੁੰਦੀ ਸੀ, ਜ਼ਿਮਨੀ ਚੋਣ ਜਿਹਨੂੰ ਅਸੀਂ ਕਹਿੰਦੇ ਪੰਜਾਬੀ 'ਚ। ਉੱਥੇ ਸਾਡੇ ਇੱਕ ਪ੍ਰੋਫੈਸਰ ਕਾਂਗਰਸ ਪਾਰਟੀ ਦੇ ਨਾਲ ਕੈਂਪੇਨ ਤੇ ਜਾਂਦੇ ਹੁੰਦੇ ਸੀ ਹਰ ਰੋਜ਼, ਮਤਲਬ ਖਾਸ ਹੀ ਬੰਦੇ ਸੀ ਉਹਨਾਂ ਦੇ। ਤੇ ਮੈਂ ਇੱਕ ਦਿਨ ਉਹਨਾਂ ਦੇ ਨਾਲ ਬੈਠ ਕੇ ਚੱਲ ਗਿਆ। ਮੈਂ ਕਿਹਾ ਮੈਂ ਵੀ ਦੇਖਦਾ, ਨਜ਼ਾਰਾ ਦੇਖਦੇ ਆ ਉੱਥੇ। ਤੇ ਉੱਥੇ ਪਰਨੀਤ ਕੌਰ ਜਿਹੜੀ ਆਪਣੇ ਕੈਪਟਨ ਅਮਰਿੰਦਰ ਸਿੰਘ ਦੇ ਮਿਸਿਸ ਆ, ਉਹਨਾਂ ਨੇ ਉਸ ਦਿਨ ਆਉਣਾ ਸੀ ਉੱਥੇ। ਤੇ ਉਹਨਾਂ ਦੇ ਤਾਂ 5-7 ਮਿੰਟ ਹੀ ਰਹਿਣਾ ਸੀ, ਪਰ ਉਹ ਹੈਡਲਾਈਨ ਵੀ ਲਾਉਣੀਆਂ ਹੁੰਦੀਆਂ ਨਾ, ਵੀ ਪਰਨੀਤ ਕੌਰ ਹੁਣੀ ਆਏ, ਇਹਨਾਂ ਨੇ ਕੈਂਪੇਨ ਕੀਤਾ, ਆਹ ਕੀਤਾ, ਲੋਕਾਂ ਤੋਂ ਵੋਟਾਂ ਮੰਗੀਆਂ। ਉਹ ਪੂਰੀ ਦੀ ਪੂਰੀ PR ਟੀਮ, ਮੀਡੀਆ ਟੀਮ, ਉਹ ਸਾਰੇ ਇਕੱਠੇ ਹੋਏ। ਤਾਂ ਕੀ ਕੀਤਾ ਉਹਨਾਂ ਨੇ? ਕੀ 2-4 ਦੁਕਾਨਾਂ ਤੇ ਜਾ ਕੇ ਜਿਹੜੀਆਂ ਫੋਟੋ ਖਿਚਾਈਆਂ। ਤੇ ਇੱਕ ਜਗ੍ਹਾ ਤੇ ਜਿਹੜੀ ਦਿਲਚਸਪ ਗੱਲ ਹੈ ਨਾ, ਉਹ ਸੀ ਕਿ ਰੇਹੜੀ ਵਾਲੇ ਬੰਦੇ ਨੂੰ ਉਹਨਾਂ ਨੇ ਕਿਹਾ ਕਿ ਪਰਨੀਤ ਕੌਰ ਨੇ ਆ ਕੇ ਤੈਨੂੰ ਕਹਿਣਾ ਵੀ ਤੁਸੀਂ ਕਾਂਗਰਸ ਨੂੰ ਵੋਟ ਪਾਉਣੀ, ਤੇ ਉਹਨੂੰ ਸਿਖਾ ਦੇ ਬਈ ਉਹਨੂੰ ਕਹਿਣਾ ਵੀ ਜ਼ਰੂਰ ਜੀ ਅਸੀਂ ਤੁਹਾਨੂੰ ਹੀ ਵੋਟ ਪਾਵਾਂਗੇ, ਤੁਸੀਂ ਕਾਂਗਰਸ ਨੇ ਤਾਂ ਸਾਨੂੰ ਬਚਾਇਆ, ਸਾਰਾ ਕਾਂਗਰਸ ਦੇ ਸਿਰ ਤੇ ਤਾਂ ਅਸੀਂ ਕਾਰੋਬਾਰ ਕਰਦੇ ਹਾਂ। ਅੱਛਾ, ਉਹ ਕਿਹੜਾ ਵਿਚਾਰਾ ਸ਼ਾਹਰੁਖ ਖਾਨ ਸੀ, ਉਹਨੂੰ ਕਿੱਥੇ ਚੇਤੇ ਆਉਂਦੇ ਉਹ ਡਾਇਲੌਗ ਜਾਏ, ਉਹ ਫੇਰ ਗਲਤ ਕਹਿ ਦਿਆ ਕਰੇ। ਅੱਛਾ, ਉਹ ਮਤਲਬ ਮਜ਼ਾ ਦੇਣ ਵਾਲੀ ਗੱਲ ਹੀ ਸੀ, ਉਹ 10 ਮਿੰਟ ਦੇਖਣ ਵਾਲੀ ਗੱਲ ਸੀ ਕਿ ਮੀਡੀਆ ਵਾਲੇ PR ਵਾਲੇ ਉਹਨੂੰ ਕਿੱਦਾਂ ਸਮਝਾ ਰਹੇ, ਸਾਰਾ ਕੁਝ ਪਲਾਨ ਕਰਦੇ ਆ, ਜਿਹੜੀਆਂ ਬਾਈਟਸ ਪੂਰਾ ਬਾਈਟਸ ਪੂਰੀਆਂ ਕੰਟਰੋਲ ਕਰ। ਫਿਰ ਉਹਨੂੰ ਕਹਿੰਦੇ ਵੀ ਅਖੀਰ ਦੇ ਵਿੱਚ ਤੂੰ ਕੁਝ ਨਹੀਂ ਬੋਲਣਾ ਤੇ ਉਹਨੇ ਆ ਕੇ ਤੇ ਤੋਂ ਵੋਟ ਮੰਗਣੀ ਆ, ਤੂੰ ਕਹਿਣਾ ਵੀ ਜ਼ਰੂਰ ਬਸ ਪਾ ਦੇਵਾਂਗੇ, ਇੰਨਾ ਕਹਿ ਦੇਂ ਬਸ ਜੀ। ਮਿਸਿਸ ਪਰਨੀਤ ਕੌਰ ਉਹਨਾਂ ਨੇ ਚਿੱਟੀ ਸਾੜੀ ਲਾਈ ਤਾਂ ਏਦਾਂ ਆਉਂਦੀ ਆ ਪਿੱਛੋਂ, ਤੇ ਉਹ ਉੱਥੇ ਆ ਖੜੀ, ਤਾਂ ਉਹ ਬੰਦਾ ਹੱਥ ਜੋੜ ਕੇ ਖੜ ਗਿਆ ਉਹਦੇ ਮੂਹਰੇ, ਪਰਨੀਤ ਕੌਰ ਦੇ ਮੂਹਰੇ। ਹਾਂਜੀ। ਤੇ ਹੱਥ ਜੋੜ ਕੇ ਖੜਿਆ, ਝੁਕ ਗਿਆ। ਉਹ ਫਿਰ PR ਦਾ ਕੋਈ ਜਿਹੜਾ ਲੀਡਰ ਸੀ ਉਹਨਾਂ ਚੋਂ ਆਇਆ, ਉਹ ਕਹਿੰਦਾ ਹੱਥ ਜੋੜਨੇ ਪਰਨੀਤ ਕੌਰ ਨੇ, ਤੁਸੀਂ ਨਹੀਂ ਹੱਥ ਜੋੜਨੇ। ਸਾਰਾ ਡਰਾਮਾ ਜਿੱਦਾਂ ਏਦਾਂ ਕਰਦੇ ਆ ਉੱਥੇ, ਇੱਕ ਫੋਟੋ ਲੈਣ ਲਈ ਉੱਥੇ। ਡਾਕਟਰ ਸਾਹਿਬ ਰੁੱਖ ਕਰਦੇ ਆ ਜੀ ਖਬਰਾਂ ਵੱਲ। ਗੱਲ ਕਰਦੇ ਆ BC ਦੀ NDP ਸਰਕਾਰ ਦੀ, ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਆ। ਉਹਨਾਂ ਵੱਲੋਂ ਚੋਣਾਂ ਦੇ ਵਕਤ ਵੱਡੇ ਵਾਅਦੇ ਕੀਤੇ ਗਏ ਸੀ ਸਕੂਲਾਂ ਨੂੰ ਲੈ ਕੇ, ਪਰ ਹੁਣ ਪੁਰਾਣੀਆਂ ਬਿਲਡਿੰਗਸ ਨੂੰ ਅਪਗ੍ਰੇਡ ਕਰਨ ਦੇ ਰਾਹ ਦੇ ਉੱਪਰ ਉਹਨਾਂ ਕੋਲੇ ਕੁਝ ਵੀ ਨਹੀਂ ਹੈਗਾ। ਸਾਈਜ਼ਮਿਕ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ, ਉਹਦੇ ਲਈ ਜਿਹੜੀ ਫੰਡਿੰਗ ਆਉਣੀ ਹੈਗੀ ਆ ਬੱਚਿਆਂ ਨੂੰ ਸਕੂਲ ਦੇ ਵਿੱਚ ਅਰਥਕੁਏਕ ਦੇ ਦੌਰਾਨ ਬਚਾਉਣ ਦੇ ਲਈ ਵੀ ਜਿਹੜੇ ਕੁਝ ਉਹਨਾਂ ਨੇ ਉਪਰਾਲੇ ਕਰਨੇ ਸੀ, ਉਹ ਵੀ ਉਹਨਾਂ ਕੋਲੇ ਕੁਝ ਨਹੀਂ, ਉਹਦੇ ਲਈ ਵੀ ਫੰਡਿੰਗ ਹੈ ਨਹੀਂਗੀ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਸਕੂਲਾਂ ਦੇ ਜਿਹੜੇ ਕੈਪੀਟਲ ਪ੍ਰੋਜੈਕਟ ਆ ਉਹਨਾਂ ਤੇ ਕੋਈ ਫਰੀਜ਼ ਹੈ ਨਹੀਂ, ਪਰੰਤੂ
ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ 7 ਜਿਹੜੇ ਪ੍ਰੋਜੈਕਟ ਆ ਹੋਲਡ ਤੇ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਚਰਚਲ ਕਹਿੰਦਾ ਹੁੰਦਾ ਸੀ ਨਾ, ਜੇ ਅਸੀਂ ਝੂਠ ਬੋਲਣਾ ਤਾਂ ਸਾਰੇ ਇਕੱਠੇ ਬੋਲਣਾ ਚਾਹੀਦਾ। ਇਹਨਾਂ ਨੂੰ ਵੀ ਸਾਰੇ ਡਿਪਾਰਟਮੈਂਟਸ ਨੂੰ ਦੱਸਣਾ ਚਾਹੀਦਾ, ਪ੍ਰੀਮੀਅਰ ਨੂੰ, ਵੀ ਇਕੱਠੇ ਹੋ ਕੇ ਝੂਠ ਬੋਲਿਆ ਕਰੀਏ। ਵੈਸਟ ਕੋਸਟ ਦੇ ਵਿੱਚ ਨਾ, ਪੈਸੀਫਿਕ ਕੋਸਟ ਜਿਹੜਾ ਮੈਕਸੀਕੋ ਤੋਂ ਲੈ ਕੇ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਸਟੇਟ, BC, ਅਲਾਸਕਾ, ਇੱਥੇ ਸਾਈਜ਼ਮਿਕ ਸਾਇੰਟਿਸਟ ਇਹ ਕਹਿੰਦੇ ਕਿ ਕਦੇ ਵੀ ਭੂਚਾਲ ਆ ਸਕਦਾ। ਹਾਂਜੀ। ਔਰ ਝਾੜ ਵੀ ਖਤਰਨਾਕ ਹੋ ਸਕਦਾ ਕਾਫੀ। ਹੁਣ ਕਦੋਂ ਆਉਣਾ ਨਹੀਂ, ਕਦੋਂ ਇਹਦੀ ਪ੍ਰੈਡਿਕਸ਼ਨ ਬੜੀ ਔਖੀ ਹੈ। ਪ੍ਰੈਡਿਕਸ਼ਨ ਕਰ ਨਹੀਂ ਸਕਦੇ। ਪ੍ਰੈਡਿਕਸ਼ਨ ਉਦੋਂ ਹੀ ਹੁੰਦੀ ਹੈ ਜਦੋਂ ਆ ਜਾਂਦਾ ਹੈ। ਪਿੱਛੇ ਜਿਹੇ ਮੈਕਸੀਕੋ ਦੇ ਵਿੱਚ 2017 ਦੇ ਵਿੱਚ ਇੱਕ ਆਇਆ ਸੀ, ਉੱਥੇ ਸਕੂਲ ਤੇ ਮਤਲਬ ਸਕੂਲ ਢਿਆ ਸੀ, ਉਦੋਂ ਕੰਟਰੋਵਰਸੀ ਇੱਥੇ ਵੀ ਚੱਲੀ ਸੀ ਵੀ ਸਾਡੇ ਸਾਈਜ਼ਮਿਕ ਅਪਗ੍ਰੇਡ ਹਜੇ ਤੱਕ ਕੀਤੀ ਨਹੀਂ। ਉੱਥੇ 21 ਬੱਚੇ ਮਾਰੇ ਗਏ ਤੇ 8 ਅਡਲਟ ਮਰ ਗਏ ਉਹਨਾਂ ਦੇ ਉੱਥੇ ਉਸ ਭੂਚਾਲ ਦੇ ਵਿੱਚ। ਹਾਲਾਂਕਿ ਉਹ ਬਹੁਤਾ ਵੱਡਾ ਨਹੀਂ ਸੀ, 7.1 ਸੀ ਉਹ। ਤੁਸੀਂ ਦੇਖੋ ਜੇ 8 ਜਾਂ 9 ਆ ਜਾਵੇ, ਕਿਉਂਕਿ ਇੱਕ ਪੁਆਇੰਟ ਦੇ ਰੈਕਟਰ ਸਕੇਲ ਦੇ ਵਿੱਚ ਜੇ ਇਹ 8 ਆਇਆ ਤਾਂ 9 ਆਇਆ, ਉਹਦਾ ਇੱਕ ਦਾ ਪੁਆਇੰਟ ਦਾ ਹੀ ਨਹੀਂ ਫਰਕ, ਉਹ 10 ਗੁਣਾ ਜ਼ਿਆਦਾ ਹੁੰਦਾ। ਹਾਂਜੀ। ਜੇ 5 ਤੋਂ 6 ਹੋ ਜਾਵੇ, ਉਹਨੂੰ 5 ਨਾਲੋਂ 6 ਦਾ ਮਤਲਬ 10 ਗੁਣਾ ਜ਼ਿਆਦਾ ਉਹਦਾ ਖਤਰਾ ਹੈ, ਮਤਲਬ 10 ਗੁਣਾ ਜ਼ਿਆਦਾ ਤਾਕਤਵਰ ਆ। ਤੇ ਇਹ ਅੱਜ ਦੀ ਪ੍ਰੋਬਲਮ ਨਹੀਂ ਹੈ, ਇਕੱਲੀ NDP ਦੀ ਪ੍ਰੋਬਲਮ ਨਹੀਂ ਹੈ। ਜਿਹੜੀ ਵੀ ਸਰਕਾਰ ਆਈ ਆ ਉਹਨਾਂ ਨੇ ਇਦਾਂ ਕੀਤੀ ਆ। 2005 ਦੇ ਵਿੱਚ BC ਲਿਬਰਲ ਦੀ ਸਰਕਾਰ ਸੀ, ਉਸ ਵੇਲੇ 346 ਸਕੂਲਾਂ ਨੂੰ ਇਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਅਪਗ੍ਰੇਡ ਦੀ ਲੋੜ ਹੈ। ਸਾਈਜ਼ਮਿਕ ਅਪਗ੍ਰੇਡ ਜਿਹਨੂੰ ਕਹਿੰਦੇ ਆ, ਕਿ ਭੂਚਾਲ ਜੇ ਆ ਹੀ ਜਾਵੇ ਤਾਂ ਕਮ ਸੇ ਕਮ ਇਮਾਰਤ ਨਾ ਟੁੱਟੇ, ਜੇ ਬੱਚੇ ਨਾ ਥੱਲੇ ਆ ਜਾਣ। ਉਦੋਂ ਉਸ ਵੇਲੇ ਇਹਨਾਂ ਨੇ ਰੱਖਿਆ ਸੀ ਕਿ 2020 ਦੇ ਵਿੱਚ ਅਸੀਂ ਇਹ ਸਾਈਜ਼ਮਿਕ ਅਪਗ੍ਰੇਡ ਪੂਰੀ ਕਰ ਦੇਣੀ ਹੈ। ਫਿਰ ਇਹਨਾਂ ਨੇ ਬਾਅਦ ਦੇ ਵਿੱਚ ਆ ਗਿਆ ਕਿ ਨਹੀਂ 2025 ਚ ਕਰਾਂਗੇ। ਹੁਣ ਮੈਂ ਸੁਣਿਆ ਸੀ ਕਿ 2030 ਦੇ ਵਿੱਚ ਕਹਿੰਦੇ ਅਸੀਂ ਕਰ ਦਾਂਗੇ। ਡਾਕਟਰ ਸਾਹਿਬ, ਜਿਵੇਂ ਆਪਾਂ ਗੱਲਬਾਤ ਕਰਦੇ, ਜਦੋਂ ਕੋਈ ਡੈਡਲਾਈਨ ਹੀ ਨਹੀਂ ਹੁੰਦੀ, ਦੇਖੋ ਪੂਰੇ ਸਾਲ ਦੀ ਤਰੀਕ ਦੇ ਦਿੰਦੇ ਨੇ, ਫਿਰ ਉਹਨੇ ਐਕਸਟੈਂਡ ਕਰਦੇ ਆ। ਇਦਾਂ ਕਰਦੇ ਜਿੱਦਾਂ ਇਹ ਨਹੀਂ ਵੀ ਚਲੋ 2020 ਚ ਨਹੀਂ ਕਰਨੀ ਤਾਂ 21 ਚ ਕਰ ਦਿਓ। ਹਾਂਜੀ, ਚਲੋ 1 ਸਾਲ ਲੈ ਲਓ ਵਾਧੂ। ਪਰ ਇਹ ਹਮੇਸ਼ਾ 5 ਸਾਲ ਅੱਗੇ ਦੀ ਗੱਲ ਕਰਨੀ, ਜਿੱਦਾਂ ਰੈਫਰੈਂਡਮ 2020 ਨਹੀਂ ਸੀ ਕਰਾਉਣਾ ਗੁਰਪਤਵੰਤ ਪੰਨੂ, ਉਹ ਅਜੇ ਵੀ ਲੱਗਾ। ਮੈਂ ਸਾਈਨ ਕਿਤੇ ਦੇਖਿਆ। ਮੈਂ ਕਿਹਾ ਇਹਨਾਂ ਨੂੰ ਕਿਸੇ ਨੂੰ ਦੱਸਣਾ ਚਾਹੀਦਾ ਵੀ 2020 2200 ਪਹਿਲਾਂ ਖਤਮ ਹੋ ਚੁੱਕਾ। ਹਾਂਜੀ, ਉਹਨੇ ਤਾਂ ਪੈਸੇ ਬਣਾ ਲਏ, ਉਹ ਹਵਾਲੇ ਹੋਰ ਰਹਿੰਦੇ ਆ ਪੈਸੇ ਬਣਾਉਣ ਦੀ ਕੋਈ ਕਸਰ ਆ ਜੇ ਜਿਹੜੇ ਤੁਸੀਂ, ਜੇ ਤੁਹਾਨੂੰ ਨੰਬਰ ਹੀ ਨਹੀਂ ਸਮਝ ਆਉਂਦੇ ਤਾਂ ਦੇਸ਼ ਸਵਾਹ ਬਣਾਉਣਾ ਤੁਸੀਂ ਜੀ। ਤੁਸੀਂ 5 ਸਾਲ 2020 ਚ ਕਹਿਤਾ, 2025 ਚ ਕਹਿਤਾ, 2030 ਚ ਕਹਿਤਾ। ਮੈਂ ਛੱਤ ਲਾ ਕੇ ਕਹਿੰਦਾ 2030 ਚ ਵੀ ਨਹੀਂ ਹੋਣੇ। ਹਾਂਜੀ, ਜਿਸ ਹਿਸਾਬ ਨਾਲ ਹੁਣ ਗੱਲ ਹੋਈ ਹੈ ਨਾ, ਇਹ ਬਿਲਕੁਲ ਇਹਨਾਂ ਦੀ ਕੈਪੀਟਲ ਪ੍ਰੋਜੈਕਟ ਬੰਦ ਕਰਤੇ ਆ। ਜੌਨ ਹੌਰਗਨ ਨੇ ਹੁਣ ਸੋਚ ਲਿਆ ਵੀ ਮੈਂ ਤਾਂ ਰਿਟਾਇਰ ਹੋ ਜਾਣਾ, ਅਗਲੀ ਇਲੈਕਸ਼ਨ 'ਚ ਹਾਰ ਕੇ ਘਰ ਬਹਿ ਜਾਣ। ਹਾਂਜੀ, ਨਾਲ ਉਹਨਾਂ ਨੇ ਜਜ਼ਮਾਨ ਵੀ ਡੋਬਣੇ ਆ। ਜਿਹੜੇ 4 ਬੰਦੇ ਇੱਥੇ ਸਰੀ 'ਚੋਂ ਹਾਰਨੇ ਆ, ਉਹਨਾਂ ਦਾ ਜਿਹੜੀ ਹਾਰ ਦਾ ਕਾਰਨ ਜੌਨ ਹੌਰਗਨ ਨਹੀਂ ਹੋਣਾ ਜੀ। ਜੌਨ ਹੌਰਗਨ ਤਾਂ ਕਹਿੰਦਾ ਨਹੀਂ, ਅਸੀਂ ਪ੍ਰੋਜੈਕਟ ਬੰਦ ਨਹੀਂ ਕੀਤੇ। ਮਿਨਿਸਟਰੀ ਜਿਹੜੀ ਕਰਾ ਰਹੀ ਆ ਉਹ ਕਹਿੰਦੀ ਅਸੀਂ ਬੰਦ ਕੀਤੇ। ਹਾਂਜੀ। ਹੁਣ 346 ਜਿਹੜੇ ਸਕੂਲ ਇਹਨਾਂ ਨੇ ਈਅਰ ਮਾਰਕ ਕੀਤੇ ਸੀ, ਉਹਨਾਂ ਚੋਂ ਕਹਿੰਦੇ 155 ਤੇ ਤਾਂ ਬਿਲਕੁਲ ਹੀ ਆਸ ਛੱਡ ਦਿੱਤੀ ਹੈ ਵੀ ਅਸੀਂ ਕਰ ਹੀ ਨਹੀਂ ਸਕਦੇ। ਹੁਣ ਕੀ ਇਹ ਡਿੱਗਦੇ ਆ ਵੀ ਜਿੱਦਾਂ ਮੈਕਸੀਕੋ ਦੇ ਵਿੱਚ ਹੋਈ ਸੀ, ਭੂਚਾਲ ਆ ਗਿਆ, 21 ਬੱਚੇ ਉਹਦੇ ਥੱਲੇ, ਕਈ ਜਿਹੜੇ ਜ਼ਖਮੀ ਹੋਏ ਉਹਨਾਂ ਦੀ ਗੱਲ ਨਹੀਂ ਕਰਦੇ, ਅਸੀਂ ਮਰਿਆਂ ਦੀ ਗੱਲ ਕਰਦੇ ਹਾਂ। 21 ਬੱਚੇ ਉੱਥੇ ਮਾਰੇ ਗਏ ਤੇ 8 ਅਡਲਟ ਮਾਰੇ ਗਏ ਉਹਨਾਂ ਦੇ ਵਿੱਚ, ਤੇ ਕਈ ਬਹੁਤ ਜ਼ਿਆਦਾ ਜ਼ਖਮੀ ਹੋਏ। ਕੱਢੇ ਉਹਨਾਂ ਨੇ ਜਦੋਂ ਮਰਦ ਢਹਿ ਗਈ ਨਾ, ਫਿਰ ਵਿੱਚੋਂ ਉਹਨਾਂ ਨੂੰ ਕੱਢਿਆ। ਇਹ ਹਾਲਾਤ ਹੋਣੀ ਆ। ਇਹ ਪਤਾ ਨਹੀਂ ਵੀ ਭੂਚਾਲ ਅੱਜ ਆਉਣਾ ਜਾਂ ਕੱਲ੍ਹ ਨੂੰ ਆਉਣਾ ਜਾਂ ਪਰਸੋਂ ਨੂੰ ਆਉਣਾ ਜਾਂ ਆਵੇ ਹੀ ਨਾ ਹੋ ਸਕਦਾ। ਪਰ ਪ੍ਰਬੰਧ ਕੋਈ ਨਹੀਂ ਕੀਤੇ ਹੋਏ। ਪ੍ਰਬੰਧ ਕੋਈ ਨਹੀਂ ਕੀਤੇ ਗਏ। ਤੁਸੀਂ ਸੈਨ ਫਰਾਂਸਿਸਕੋ ਜਾਓ, ਹੁਣ ਤੁਹਾਡੇ ਜਿੰਨੀਆਂ ਵੀ ਬਿਲਡਿੰਗ ਉਹਨਾਂ ਦੇ ਬਣੀਆਂ 9 ਰੈਕਟਰ ਸਕੇਲ ਤੇ ਬਣਾਉਂਦੇ ਹੋ। 9 ਰੈਕਟਰ ਸਕੇਲ ਦਾ ਉਹਨਾਂ ਦੇ ਆ ਜਾਵੇ ਨਾ ਭੂਚਾਲ, ਤਾਂ ਬਿਲਡਿੰਗ ਖੜੀ ਰਹੂਗੀ।
ਤੇ ਮੈਨੂੰ ਲੱਗਦਾ ਨਹੀਂ ਇੱਥੇ 6 ਜੇ ਆ ਜਾ ਤਾਂ ਇੱਥੇ ਕੋਈ ਬਿਲਡਿੰਗ ਖੜੀ ਰਹੂਗੀ ਨਹੀਂ ਬਿਲਕੁਲ ਸਰੀ ਵਾਲੀਆਂ ਤਾਂ ਸਾਰੀਆਂ ਡਿੱਗ ਪਣੀਆਂ ਨਾ ਹਾਂਜੀ ਇਹ ਜ਼ਿਆਦਾ ਤੌਰ ਤੇ ਤਾਂ ਇੱਥੇ ਇਦਾਂ ਦੇ ਮੇਅਰ ਰਹੇ ਆ ਜਿਨ੍ਹਾਂ ਨੇ ਬਣਾਈਆਂ ਜਿਨ੍ਹਾਂ ਦੇ ਬੰਦਿਆਂ ਨੇ ਪਾਸ ਕੀਤੀਆਂ ਆ ਬਿਲਡਿੰਗ ਉਹ ਵੈਸੇ ਮੇਰਾ ਖਿਆਲ ਭੁਚਾਲ ਆਉਣ ਦੀ ਲੋੜ ਹੀ ਨਹੀਂ ਹਵਾ ਨਾਲ ਡਿੱਗ ਪਣੀਆਂ ਇਹ ਤਾਂ ਜੀ ਸੋ ਇਹ ਇੱਕ ਸੀਰੀਅਸ ਇਸ਼ੂ ਆ ਸਕੂਲਾਂ ਦੇ ਵਿੱਚ ਕਮ ਸੇ ਕਮ ਧਿਆਨ ਦੇਣ ਦੀ ਲੋੜ ਹੈ ਨਾ ਹਾਂਜੀ ਜੌਨ ਹਾਰਗਨ ਇਸ ਗੱਲ ਤੇ ਝੂਠ ਬੋਲੇ ਤੇ ਉਹਦੀ ਮਿਨਿਸਟਰੀ ਜਿਹੜੀ ਆ ਉਹਦੇ ਅੰਡਰ ਕੰਮ ਕਰਦੀ ਉਹ ਕਹਿੰਦੇ ਨਹੀਂ ਅਸੀਂ ਰੋਕ ਦਿੱਤੇ ਆ ਅੱਛਾ ਫੇਰ ਦੇਖੋ ਇੱਕ ਵਾਰ ਸਾਈਜ਼ਮਿਕ ਅਪਗ੍ਰੇਡ ਰੋਕ ਦਿੱਤਾ ਵਿਕਟੋਰੀਆ ਦੇ ਵਿੱਚ ਇੱਕ ਰਾਇਲ ਮਿਊਜ਼ੀਅਮ ਆ ਹਾਂਜੀ ਉਹਦੇ ਚ ਤਕਰੀਬਨ 800 ਮਿਲੀਅਨ ਦਿੱਤਾ ਹੈ ਉਹਨਾਂ ਨੂੰ ਹਾਂਜੀ ਲੋਕੀ ਜਾਨੀ ਮਿਊਜ਼ੀਅਮ ਜਾ ਕੇ ਦੇਖਣ ਸਾਡੇ ਬੱਚਿਆਂ ਦਾ ਕੋਈ ਭਵਿੱਖ ਨਹੀਂ ਜੀ ਸਕੂਲ ਦੇ ਵਿੱਚ ਦੇਣ ਨੂੰ ਤਾਂ ਫੰਡਿੰਗ ਹੈ ਨਹੀਂ ਇਹਨਾਂ ਕੋਲੇ ਆ ਜੇ ਉਹਨਾਂ ਨੇ ਜਾ ਕੇ ਕਿਤੇ ਦੇਖਣਾ ਹੈ ਨਾ ਰਾਇਲ ਮਿਊਜ਼ੀਅਮ ਟੂਰਿਜ਼ਮ ਪ੍ਰਮੋਟ ਕਰਨ ਲਈ ਉਹ ਚ ਜੌਨ ਹਾਰਗਨ ਦਾ ਜ਼ਿਆਦਾ ਦਿਲਚਸਪੀ ਆ ਬੱਚਿਆਂ ਦੀ ਸੇਫਟੀ ਦੇ ਵਿੱਚ ਇਹਦੀ ਕੋਈ ਦਿਲਚਸਪੀ ਜਿਹੜੇ ਦੇਸ਼ ਦਾ ਭਵਿੱਖ ਆ ਉਹਨਾਂ ਦਾ ਕੋਈ ਖਿਆਲ ਨਹੀਂ ਇਹਨਾਂ ਨੂੰ ਹੈਗਾ BC ਦੇ ਵਿੱਚ ਕੋਈ ਧੜੱਲੇਦਾਰ ਲੀਡਰ ਮੇਰਾ ਖਿਆਲ ਆਇਆ ਹੀ ਨਹੀਂ ਇੱਕ ਜੌਨ ਇਹ ਹੁੰਦੇ ਸੀ NDP ਦੇ ਲੀਡਰ ਹੁੰਦੇ ਸੀ ਜੌਨ ਗਲੈਨ ਗਲੈਨ ਕਲਾਰਕ ਉਹ ਆਇਰਿਸ਼ ਕੈਨੇਡੀਅਨ ਸੀ ਗਲੈਨ ਕਲਾਰਕ ਨੇ ਬੜੇ ਧੜੱਲੇਦਾਰ ਤਰੀਕੇ ਨਾਲ ਨਾ ਇੱਥੇ ਸ਼ਿਪਿੰਗ ਇੰਡਸਟਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਇੱਕ ਜ਼ਮਾਨੇ ਦੇ ਵਿੱਚ ਇੱਥੇ ਸ਼ਿਪਿੰਗ ਇੰਡਸਟਰੀ ਸਾਡੇ ਬਹੁਤ ਹੁੰਦੀ ਸੀ ਉਹਨਾਂ ਨੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਪਰ ਜੇ ਤੁਸੀਂ ਕਹਿੰਦੇ ਹੁੰਦੇ ਨੇ ਕਰੋਗੇ ਨਹੀਂ ਤਾਂ ਤੁਸੀਂ ਗਲਤੀ ਵੀ ਨਹੀਂ ਕਰੋਗੇ ਜੇ ਕਈ ਵਾਰੀ ਕੰਮ ਕਰਦੇ ਆ ਤਾਂ ਉਹ ਗਲਤ ਵੀ ਹੋ ਜਾਂਦਾ ਹਾਂਜੀ ਉਹ ਕੰਮ ਉਹਨਾਂ ਦਾ ਸਿਰੇ ਨਹੀਂ ਪਹੁੰਚਿਆ ਉਹਦੇ ਵਿੱਚ ਡਿੱਕਣ ਆ ਗਈ ਉਹ ਜਿਹੜੀਆਂ ਫੈਰੀਜ਼ ਬਣਾਈਆਂ ਉਹ ਚੱਲੀਆਂ ਨਹੀਂ ਜਿਹੜੀਆਂ ਫਾਸਟ ਫੈਰੀਜ਼ ਬਣਾਈਆਂ ਸੀ ਉਹਨਾਂ ਦੀ ਦਿੱਕਤ ਆ ਗਈ ਹੁਣ ਜੇ ਤੁਸੀਂ ਦੇਖੋ 20 ਕਿਲੋਮੀਟਰ ਆ ਇਹ ਰਾਸਤਾ 1.5 ਘੰਟਾ ਲੈ ਲੈਂਦੀ ਹੈ ਫੈਰੀ ਹਾਂਜੀ ਇਹ ਕੋਈ ਰੀਜ਼ਨ ਨਹੀਂ ਵੀ ਇੰਨਾ ਚਿਰ 1.5 ਘੰਟਾ ਚੱਲਦੀ ਰਹੇ ਵੀ 40-45 ਮਿੰਟ 'ਚ ਉੱਥੇ ਪਹੁੰਚਣੀ ਚਾਹੀਦੀ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਚਲੋ ਨਹੀਂ ਕਾਮਯਾਬ ਹੋਈ ਜੁਦੀ ਗੱਲ ਹੈ ਪਰ ਵੱਡੇ ਪ੍ਰੋਜੈਕਟ ਲਿਆਉਣ ਦੀ ਹਿੰਮਤ ਤਾਂ ਪਈ ਨਾ ਉਹਦੀ ਜੇ ਰੀੜ ਦੀ ਹੱਡੀ ਸੀਗੀ ਕਿਸੇ ਦੇ ਤਾਂ ਗਲੈਨ ਕਲਾਰਕ ਦੇ ਸੀ ਮੈਂ ਕਹਿੰਦਾ ਜੀ ਬਾਕੀ ਤਾਂ ਇਦਾਂ ਹੀ ਦੇਖਦੇ ਆ ਕਿ ਚਲੋ ਦਿਨ ਕੱਟੀ ਕਰਦੇ ਆ 10 ਸਾਲ ਪੂਰੇ ਹੋ ਜਾਣ 8 ਸਾਲ ਪੂਰੇ ਹੋਣ ਆਪਣੀ ਪੈਨਸ਼ਨ ਠੀਕ ਹੋਵੇ ਟਾਈਮ ਟਪਾਉਂਦੇ ਆ ਅੱਛਾ ਸਾਡੀ ਕਮਿਊਨਿਟੀ ਲਈ ਵੀ ਜੇ ਤੁਸੀਂ ਦੇਖਦੇ ਆ ਨੁਮਾਇੰਦਗੀ ਉਹਨਾਂ ਦੀ ਮਿਨਿਸਟਰੀ ਵਿੱਚ ਸਭ ਤੋਂ ਵੱਧ ਸੀ ਔਰ ਸਭ ਤੋਂ ਵੱਧ ਕਾਬਲ ਬੰਦੇ ਸੀ ਉਹ ਹਾਂਜੀ ਜੇ ਮੈਂ ਉਹਨਾਂ ਨਾਲ ਹੋ ਸਕਦਾ ਸਿਆਸੀ ਤੌਰ ਤੇ ਸਹਿਮਤ ਨਾ ਹੋਵਾਂ ਜਿਹੜੇ 3 ਧੜੱਲੇਦਾਰ ਮਿਨਿਸਟਰ ਬਣਾਏ ਆ ਨਾ ਉਹਨੇ 3 ਵੱਡੀਆਂ ਮਿਨਿਸਟਰੀ ਦਿੱਤੀਆਂ ਉਹਨਾਂ ਨੂੰ ਔਰ ਤਿੰਨਾਂ ਦੀ ਯੋਗਤਾ ਵਧੀਆ ਸੀ ਉਹਨਾਂ ਬੰਦਿਆਂ ਨੂੰ ਤਿੰਨਾਂ ਜਾਣਿਆਂ ਨੂੰ ਤੁਸੀਂ ਕੈਨੇਡਾ ਦੇ ਕਿਸੇ ਵੀ ਮਿਨਿਸਟਰ ਦੇ ਨਾਲ ਖੜਾ ਕਰ ਦਿਓ ਔਰ ਬਰਾਬਰ ਗੱਲ ਕਰਨ ਵਾਲੇ ਸੀ ਬਰਾਬਰ ਖੜੇ ਹੋ ਕੇ ਬੋਲ ਸਕਦੇ ਸੀ ਹੁਣ ਉਹ ਗੱਲ ਨਹੀਂ ਜੀ ਗਲੈਨ ਜਿਹੜੀ ਉਹਦੀ ਮਿਨਿਸਟਰੀ 'ਚ ਸਾਡੀ ਰੈਪਰੈਜ਼ੈਂਟੇਸ਼ਨ ਸੀ ਹੁਣ ਬਿਲਕੁਲ ਨਹੀਂ ਜੀ ਜੌਨ ਹਾਰਗਨ ਨੂੰ ਜਿਤਾਇਆ ਗੁਰਦੁਆਰਿਆਂ ਨੇ ਹਾਂਜੀ ਫਿਰ ਕਿਸ ਤਰ੍ਹਾਂ ਦੇ ਮਿਨਿਸਟਰ ਬਣਾਉਂਦੇ ਆ ਕਿਸ ਤਰ੍ਹਾਂ ਦੇ ਲੀਡਰ ਬਣਾਉਂਦੇ ਆ ਗੁਰਦੁਆਰਿਆਂ ਦੇ ਗੋਲਕਾਂ 'ਚੋਂ ਪੈਸੇ ਕੱਢ ਕੇ ਤੇ ਇਦਾਂ ਦਾ ਇਹਨਾਂ ਨੇ ਦੇਸ਼ ਬਣਾਉਣਾ ਜੀ ਡਾਕਟਰ ਸਾਹਿਬ ਜਦੋਂ ਦੇਸ਼ ਦੇ ਭਵਿੱਖ ਦੀ ਚਿੰਤਾ ਨਹੀਂ ਹੈਗੀ ਤਾਂ ਫਿਰ ਆਪਾਂ ਹੋਰ ਕੀ ਐਕਸਪੈਕਟ ਕਰ ਸਕਦੇ ਹਾਂ ਰੁੱਖ ਕਰਦੇ ਹਾਂ ਅਗਲੀ ਖਬਰ ਵੱਲ ਵੈਨਜ਼ੂਏਲਾ ਦੇ ਰਾਸ਼ਟਰਪਤੀ ਨੇ ਆਪਣੇ ਮੈਕਸੀਕਨ ਹਮਰੁਤਬਾ ਦੀ ਕਾਫੀ ਜ਼ਿਆਦਾ ਪ੍ਰੇਜ਼ ਕੀਤੀ ਆ ਕਿਉਂਕਿ ਉਹਨਾਂ ਨੇ ਸਮਿਟ ਆਫ ਅਮਰੀਕਾ ਦੇ ਵਿੱਚ ਹਿੱਸਾ ਨਹੀਂ ਲਿਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੀ ਖਬਰ ਬਾਰੇ ਦੇਖੋ ਜੇ ਅੱਜ ਇੱਥੇ ਅਸੀਂ ਜੇ ਕਹਿੰਦੇ ਨਾ ਜੇ ਤਾਂ ਕਹਿੰਦੇ ਹੁੰਦੇ ਬਿੱਲੀ ਮੁਰਗੀ ਹੁੰਦੀ ਤਾਂ ਉਹਨੇ ਅੰਡੇ ਦਿਆ ਕਰਨੇ ਸੀ ਜੇ ਅੱਜ ਪੀਅਰ ਐਲੀਅਟ ਟਰੂਡੋ ਹੁੰਦੇ ਟਰੂਡੋ ਹੀ ਪਰ ਉਹਨਾਂ ਦਾ ਨਾਮ ਪੀਅਰ ਐਲੀਅਟ ਟਰੂਡੋ ਸੀ ਜਿਹੜਾ ਜਸਟਨ ਟਰੂਡੋ ਦੇ ਫਾਦਰ ਹੁੰਦੇ ਉਹਨਾਂ ਨੇ ਇਸ ਸਮਿਟ ਤੇ ਨਹੀਂ ਸੀ ਜਾਣਾ ਸਮਿਟ ਹੈਗਾ ਅਮਰੀਕਾਜ਼ ਦਾ ਜੀ ਜਿਹਦਾ ਨਾਮ ਆ ਅਮਰੀਕਾਜ਼ ਸਮਿਟ ਉਸ ਸਮਿਟ ਦੇ ਵਿੱਚ 3 ਅਮਰੀਕਾਜ਼ ਦੇ ਜਿਹੜੇ ਮੈਂਬਰਸ ਆ ਨਿਕਰਾਗੁਆ ਕਿਊਬਾ ਤੇ ਵੈਨਜ਼ੂਏਲਾ ਉਹਨਾਂ ਨੂੰ ਸੱਦਾ ਹੀ ਨਹੀਂ ਦਿੱਤਾ ਕਈ ਵਾਰੀ ਸਾਡਾ ਪਰਿਵਾਰਾਂ ਦੇ ਵਿੱਚ ਵੀ ਇਦਾਂ ਹੁੰਦੀ ਹੈ ਨਾ
ਤੇ ਤੁਹਾਡੇ ਇੱਕ ਭਰਾ ਨੂੰ ਨਹੀਂ ਸੱਦਣਾ, ਬਾਕੀਆਂ ਨੂੰ ਸੱਦ ਲੈਣਾ। ਹਾਂਜੀ ਜੇ ਤਾਂ ਉਹਨਾਂ 'ਚ ਅਣਖ ਹੋਵੇ ਉਹ ਫਿਰ ਸਾਰੇ ਕਹਿਣਗੇ ਅਸੀਂ ਨਹੀਂ ਜਾਣਾ। ਜੀ ਪਰ ਜਸਟਿਨ ਟਰੂਡੋ ਦੇ ਵਿੱਚ ਇਹ ਅਣਖ ਨਾਂ ਦੀ ਕੋਈ ਚੀਜ਼ ਨਹੀਂ। ਇਹਨਾਂ ਨੇ ਇਹ ਟੱਪਦੇ ਗਏ ਉੱਥੇ ਸਮਿਟ ਨੂੰ ਅਟੈਂਡ ਕਰਨ। ਇੱਕ ਵਾਰੀ ਸਟੈਂਡ ਤਾਂ ਲਓ, ਕਹੋ ਤੁਸੀਂ ਵੀ ਜੇ ਅਮਰੀਕਾਜ਼ ਦਾ ਸਮਿਟ ਕਰਨਾ, ਅਮਰੀਕਾਜ਼ ਦੇ ਸਾਰੇ ਸਟੇਟਸ ਹੋਣੇ ਚਾਹੀਦੇ ਉੱਥੇ। ਤੁਹਾਡਾ ਹੋ ਸਕਦਾ ਵਿਚਾਰ ਨਾ, ਤੁਸੀਂ ਡੈਮੋਕ੍ਰੇਸੀ ਫਿਰ ਕਾਹਦੀ ਹੈ ਜੀ। ਜੇ ਤੁਸੀਂ ਕਹਿੰਦੇ ਆ ਵੀ ਸਾਡੇ ਨਾਲ ਜਿਹਦੇ ਵਿਚਾਰ ਨਹੀਂ ਠੀਕ ਰਲਦੇ ਤਾਂ ਫਿਰ ਉਹ ਨਹੀਂ ਅਸੀਂ ਬੰਦਾ ਆਉਣ ਦੇਣਾ ਇੱਥੇ ਜੀ। ਡੈਮੋਕ੍ਰੇਸੀ ਤਾਂ ਹੁੰਦੀ ਤਾਂ ਇਹੀ ਆ ਵੀ ਜੇ ਤੁਹਾਡੇ ਖਿਆਲ ਮਿਲਦੇ ਜਾਂ ਨਹੀਂ ਮਿਲਦੇ ਫਿਰ ਵੀ ਤੁਸੀਂ ਇਕੱਠੇ ਬੈਠ ਕੇ ਇੱਕ ਜਗ੍ਹਾ ਤੇ। ਔਰ ਮੈਕਸੀਕੋ ਨੇ ਸਟੈਂਡ ਲਿਆ। ਹਾਂਜੀ ਨਾਫਟਾ ਦੇ ਵਿੱਚੋਂ 3 ਦੇਸ਼ ਆਏ ਥੇ, ਮੈਕਸੀਕੋ, ਯੂਐਸ ਤੇ ਕੈਨੇਡਾ। ਦੇਖੋ ਮੈਕਸੀਕੋ ਬਹੁਤ ਰਿਲਾਇੰਟ ਹੈ ਯੂਐਸ ਦੀ, ਉਹਨਾਂ ਦੇ ਲੋਕ ਵੀ ਧੜਾ ਆਉਂਦੀ ਹੈ। ਹਾਂਜੀ ਹਾਂਜੀ। ਔਰ ਬਹੁਤ ਇੰਡਸਟਰੀ ਹੈ ਜਿਹੜੀ ਇਹਨਾਂ ਦੀ ਕੰਟਰੋਲ ਦੇ ਦਿੰਦੇ ਆ, ਪਰ ਫੇਰ ਵੀ ਉਹਨਾਂ ਦੇ ਵਿੱਚ ਗਟਸ ਆ। ਉਹਨਾਂ ਨੇ ਕਿਹਾ ਵੀ ਮੈਂ ਉੱਥੇ ਨਹੀਂ ਆਉਣਾ, ਕਿਉਂਕਿ ਜੇ 3 ਇਹਨਾਂ ਮੁਲਕਾਂ ਨੂੰ ਨਹੀਂ ਤੁਸੀਂ ਸੱਦਿਆ ਤਾਂ ਫੇਰ ਅਮਰੀਕਾ ਸਮਿਟ ਕਿਹੋ ਜਿਹਾ। ਉਹਨਾਂ ਨੇ ਸਟੈਂਡ ਲਿਆ। ਉਹਨਾਂ ਨੇ ਸਟੈਂਡ ਲਿਆ ਨਾ। ਸਾਡਾ ਕੈਨੇਡਾ ਦਾ ਕੋਈ ਸਟੈਂਡ ਨਹੀਂ ਜੀ। ਬਿਲਕੁਲ। ਜੇ ਪੀਅਰ ਐਲੀਅਟ ਟਰੂਡੋ, ਮੈਂ ਤੁਹਾਨੂੰ ਦੱਸਦਾ ਵੀ ਜੇ ਅੱਜ ਉਹ ਹੁੰਦੇ ਨਾ, ਉਹਨਾਂ ਨੇ ਵੀ ਉਹੀ ਸਟੈਂਡ ਲੈਣਾ ਸੀ ਜਿਹੜਾ ਮੈਕਸੀਕੋ ਨੇ ਲਿਆ। ਉਹਨਾਂ ਨੇ ਦੱਸਣਾ ਸੀ ਜੋ ਬਾਈਡਨ ਨੂੰ, ਸੁਨੇਹਾ ਤਾਂ ਮਿਲ ਜਾਂਦਾ ਨਾ ਜੀ। ਜੇ ਮੈਕਸੀਕੋ ਤੇ ਕੈਨੇਡਾ ਨਾ ਜਾਣ ਤੇ ਅਗਲੀ ਵਾਰ ਨੂੰ ਫਿਰ ਉਹ ਸਾਰੇ ਮੁਲਕਾਂ ਨੂੰ ਸੱਦਣਗੇ ਜੀ। ਅਮਰੀਕਾਜ਼ ਦਾ ਸਮਿਟ ਤਾਂ ਹੀ ਹੋਵੇ ਜੇ ਸਾਰੇ ਸੈਂਟਰਲ ਅਮਰੀਕਾ, ਨਾਰਥ ਅਮਰੀਕਾ ਤੇ ਸਾਊਥ ਅਮਰੀਕਾ, ਹਾਂਜੀ, ਇਹ ਸਾਰੇ ਹੀ ਇੱਥੇ ਹੋਣ। ਹਾਂਜੀ। ਚਲੋ ਨਹੀਂ ਸਹਿਮਤ ਉਹਨਾਂ ਨਾਲ ਜੁਦੀ ਗੱਲ ਜੀ। ਡਾਕਟਰ ਸਾਹਿਬ, ਵੈਨਜ਼ੂਏਲਾ ਲੀਡਰ ਨੇ ਤੇ ਇਹ ਵੀ ਕਿਹਾ ਕਿ ਅਨਫੋਰਚੂਨੇਟਲੀ ਇਹ ਜਿਹੜੀ ਯੂਐਸ ਦੇ ਵਿੱਚ ਸਮਿਟ ਸੀ, ਇਹਦੀ ਫੇਲੀਅਰ ਦਾ ਕਾਰਨ ਵੀ ਉਹ ਆਪ ਹੀ ਆ। ਕਾਰਨ ਆਪ ਇਹ ਸਿੱਧੀ ਗੱਲ ਹੈ ਵੀ ਜੇ ਤੁਸੀਂ ਇੰਨੇ ਤੰਗ ਦਿਲੀ ਦਿਖਾਲਣੀ ਹੈ ਕਿ ਆਹ ਮੁਲਕ, ਕਿਉਂਕਿ ਅਸੀਂ ਇਹਨਾਂ ਨਾਲ ਸਹਿਮਤ ਨਹੀਂ। ਹਾਂਜੀ। ਔਰ ਦੁਨੀਆ ਭਰ ਦੇ ਵਿੱਚ ਤੁਸੀਂ ਇਹ ਕਹਿੰਦੇ ਆ ਕਿ ਅਸੀਂ ਡੈਮੋਕ੍ਰੈਟਿਕ ਆ, ਅਸੀਂ ਬੋਲਣ ਦੀ ਆਜ਼ਾਦੀ ਤੇ ਖੜੇ ਆ। ਹਾਂਜੀ। ਫਿਰ ਜੇ ਤੁਸੀਂ ਉਹਨਾਂ ਨਾਲ ਸਹਿਮਤ ਨਹੀਂ, ਠੀਕ ਹੈ, ਕੋਈ ਗੱਲ ਨਹੀਂ, ਤੁਸੀਂ ਇਨਵਾਈਟ ਕਰੋ ਜੀ। ਇਹ ਡੈਮੋਕ੍ਰੇਸੀ ਦਾ ਮਤਲਬ ਤਾਂ ਇਹੀ ਹੁੰਦਾ ਜੀ। ਉਹਨਾਂ ਨੇ ਤਾਂ ਕਿਹਾ, ਕਹਿੰਦੇ ਵੀ ਜਿਹੜੀ ਇਹ ਸਮਿਟ ਆ ਨਾ ਤਾਂ ਇਹਦਾ ਕੋਈ ਏਜੰਡਾ, ਨਾ ਕੋਈ ਥੀਮ ਆ, ਨਾ ਕੋਈ ਡਿਸੀਜਨ ਪੁਆਇੰਟ ਆ। ਜਦ ਉਹ ਪਹਿਲੀ ਇਸ਼ੂ ਤਾਂ ਇਹੀ ਬਣ ਗਈ ਵੀ ਤੁਸੀਂ ਇਨਵਾਈਟ ਕਿਹਨੂੰ ਕਰਨਾ, ਕਿਹਨੂੰ ਨਹੀਂ ਕਰਨਾ। ਦੂਸਰੀ ਉਹਨਾਂ ਦੀ ਗੱਲ ਇਹ ਸੀ ਵੀ ਅਸੀਂ ਡਿਸਕਸ ਕੀ ਕਰਨਾ ਹੈ, ਕਾਹਨੂੰ ਮਿਲਣਾ, ਅਸੀਂ ਮੀਟਿੰਗ ਕਾਹਨੂੰ ਕਰਨੀ, ਅਸੀਂ ਹਾਂਜੀ ਕੀ ਇਸ਼ੂ ਆ ਸਾਡੇ ਮੂਹਰੇ ਆਈ ਹੈ ਜੀ, ਜਿਹੜੀ ਸਾਨੂੰ ਕਲੈਕਟਿਵਲੀ ਅਸੀਂ ਡਿਸਕਸ਼ਨ ਕਰਨੀ ਆ। ਇੱਕ ਜ਼ਮਾਨੇ 'ਚ ਮਨਰੋ ਡਾਕਟਰ ਨੇ, ਪ੍ਰੈਜ਼ੀਡੈਂਟ ਮਨਰੋ ਹੁੰਦੇ ਸੀ ਇੱਥੇ ਯੂਐਸ ਦੇ ਵਿੱਚ, ਉਹਨਾਂ ਐਕਚੁਅਲੀ ਯੂਰਪੀਅਨ ਪਾਵਰਸ ਨਾਲ ਲੜਨ ਨੂੰ ਫਿਰਦੇ ਸੀ। ਸਪੇਨ ਨਾਲ, ਪੋਰਚੁਗਲ ਨਾਲ, ਇੰਗਲੈਂਡ ਨਾਲ, ਫਰਾਂਸ ਨਾਲ। ਉਹਨਾਂ ਨੂੰ ਕਹਿ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਇੰਟਰਫੀਅਰ ਨਾ ਕਰਿਆ ਕਰੋ, ਇਹ ਸਾਡੀ ਬੈਕਯਾਰਡ ਆ ਅਮਰੀਕਾ ਦੀ। ਹਾਂਜੀ। ਤੇ ਹੁਣ ਇਹਨਾਂ ਦੀ ਬੈਕਯਾਰਡ ਕਿੱਥੇ ਗਈ ਜੀ। ਜੋ ਬਾਈਡਨ ਨੂੰ ਇੰਨਾ ਵੀ ਚੇਤਾ ਭੁੱਲ ਗਿਆ ਕਿ ਇਹ ਸਾਰੇ ਅਮਰੀਕਾ ਦੇ ਮੁਲਕ ਸਾਰੇ ਸਾਡੇ ਇੱਕ ਹੈਮਸਫੀਅਰ ਦੇ ਬਲੋਕ ਆ। ਉਹ ਇੱਕ ਦੂਜੇ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ ਹੈ, ਉਹ ਜੁਦੀ ਗੱਲ ਹੈ। ਹਾਂਜੀ। ਅਲੱਗ ਹੋ ਸਕਦਾ ਤੁਹਾਡੇ ਸਾਰੇ ਹੀ ਬੰਦੇ ਕਹਿਣ ਆਪਣੀ ਆਪਣੀ ਬੋਲੀ ਬੋਲਣ, ਪਰ ਡੈਮੋਕ੍ਰੇਸੀ ਤਾਂ ਇਹੀ ਹੁੰਦੀ ਹੈ। ਹਾਂਜੀ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ, ਜਿਸ ਦਾ ਸਬੰਧ ਯੂਐਸ ਦੇ ਨਾਲ ਹੀ ਆ। ਯੂਐਸ ਦੇ ਵਿੱਚ ਜਿਹੜੀਆਂ ਗੈਸ ਦੀਆਂ ਕੀਮਤਾਂ ਨੇ ਅਸਮਾਨ ਨੂੰ ਛੂ ਰਹੀਆਂ ਨੇ। ਇੱਕ ਨਾਨ ਪ੍ਰੋਫਿਟ ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਹੈਗੀ ਹੈ AAA, ਉਹਨਾਂ ਨੇ ਅੰਕੜੇ ਪਬਲਿਸ਼ ਕੀਤੇ ਆ। ਉਹਨਾਂ ਦੇ ਅਨੁਸਾਰ ਯੂਐਸ ਪ੍ਰੈਜ਼ੀਡੈਂਟ ਦੇ ਉਦਘਾਟਨ ਤੋਂ ਬਾਅਦ ਜਿਹੜੀਆਂ ਕੀਮਤਾਂ ਹੈਗੀਆਂ ਨੇ ਇਹ ਦੁੱਗਣੀਆਂ ਹੋ ਗਈਆਂ ਤੇ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਦੇਸ਼ ਭਰ ਦੇ 60,000 ਤੋਂ ਵੱਧ ਗੈਸ ਸਟੇਸ਼ਨਸ ਤੇ ਕੀਮਤਾਂ ਨੂੰ ਟਰੈਕ ਕਰਦੀ ਆ। ਇਸ ਰਿਪੋਰਟ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਹੁਣ ਜਾ ਕੈਲੀਫੋਰਨੀਆ ਜਾ ਕੇ ਆਇਆ ਸੀ। ਸਭ ਤੋਂ ਮਹਿੰਗਾ ਤੇਲ ਕੈਲੀਫੋਰਨੀਆ ਹੈ ਯੂਐਸ ਦੇ ਵਿੱਚ। ਹਾਂਜੀ। ਵਾਸ਼ਿੰਗਟਨ ਸਟੇਟ ਦੇ ਵਿੱਚ ਨਾਰਮਲ ਜਿੰਨੀ ਐਵਰੇਜ ਪ੍ਰਾਈਸ ਹੁੰਦੀ ਹੈ ਉਨੀ ਹੈ। ਇਹ ਬਦਕਿਸਮਤੀ ਵੀ ਹੈ ਤੇ ਕੁਛ ਇੱਕ ਪਾਲਿਸੀਜ਼ ਇਹਨਾਂ ਦੀਆਂ ਆਪਣੀਆਂ ਵੀ ਆ, ਉਹ ਵੀ ਜ਼ਿੰਮੇਵਾਰ ਹੈ। ਇੱਕ ਤਾਂ ਆਉਂਦਿਆਂ ਨੇ ਇਹਨਾਂ ਨੇ ਪਾਈਪਲਾਈਨ ਸਾਡੇ ਜਿਹੜੀ ਅਲਬਰਟਾ ਤੋਂ ਜਾਣੀ ਸੀ ਉਹ ਕੈਂਸਲ ਕੀਤੀ। ਹਾਂਜੀ। ਉਹ ਤਾਂ ਜੋ ਬਾਈਡਨ ਦਾ ਕਸੂਰ ਹੈ ਨਾ,
ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਣ ਇੱਕਦਮ ਆਇਲ ਦੀਆਂ ਕੀਮਤਾਂ ਵੱਧ ਗਈਆਂ ਕਿਉਂਕਿ ਇਹਦੀ ਡਿਮਾਂਡ ਵੱਧ ਗਈ। ਅੱਛਾ, ਦੂਸਰਾ ਕਸੂਰ ਇਹ ਆ ਕਿ ਇਹਨਾਂ ਨੇ ਜਿਹੜੀ ਫ੍ਰੈਕਿੰਗ ਦੇ ਨਾਲ ਉੱਥੇ ਆਇਲ ਕੱਢਦੇ ਸੀ ਉਹ ਬੰਦ ਕਰਾਤਾ। ਤੀਸਰੀ ਵੱਡੀ ਗੱਲ ਹੈ ਕਿ ਇਹਨਾਂ ਨੇ ਆਉਂਦਿਆਂ ਨੇ ਇੱਕ ਸਾਊਦੀ ਅਰੇਬੀਆ ਦਾ ਰਿਪੋਰਟ ਪਬਲਿਸ਼ ਕਰਤੀ। ਉਹਨਾਂ ਨੇ ਜਰਨਲਿਸਟ ਖਸ਼ੋਗੀ ਨੂੰ ਮਾਰਿਆ ਸੀ। ਹਾਂਜੀ, ਉਹਨਾਂ ਦੇ ਮਤਲਬ ਕੌਂਸਲਰ ਦੇ ਵਿੱਚੋਂ ਉਹ ਮਰਿਆ ਨਿਕਲਿਆ। ਤੁਸੀਂ ਇਹ ਦੇਖੋ ਕਿ ਬੰਦਾ ਉਹਨਾਂ ਤੁਹਾਡੇ ਕੌਂਸਲਰ ਜਨਰਲ ਦੇ ਜਾਵੇ, ਕੌਂਸਲਰ ਦੇ ਤੁਹਾਡੀ ਜਿਹੜੀ ਇਹਨਾਂ ਨੂੰ ਹੁੰਦੀ ਆ ਡਿਪਲੋਮੈਟਿਕ ਇਮਿਊਨਿਟੀ। ਹਾਂਜੀ, ਲੋਕਲ ਪੁਲਿਸ ਉੱਥੇ ਦਾਖਲ ਨਹੀਂ ਹੋ ਸਕਦੀ। ਜੇ ਇੰਡੀਆ ਦਾ ਫਾਰ ਐਗਜ਼ਾਮਪਲ ਇੱਥੇ ਕੌਂਸਲੇਟ ਆ, ਉਹ ਇਸ ਤਰ੍ਹਾਂ ਆ ਟੈਰੀਟਰੀ ਜਿਸ ਤਰ੍ਹਾਂ ਹਿੰਦੁਸਤਾਨ ਦੀ ਟੈਰੀਟਰੀ ਹੁੰਦੀ ਹੈ ਜੀ। ਜੇ ਉੱਥੇ ਪੁਲਿਸ ਜਾਊਗੀ ਤਾਂ ਇਹ ਸਮਝ ਜਾਊਗਾ ਕਿ ਇਨਵੇਡ ਕੀਤਾ ਇਹਨਾਂ ਨੇ। ਤਾਂ ਅੰਦਰ ਕੀ ਕਰਦੇ ਆ ਕੀ ਨਹੀਂ ਕਰਦੇ ਉਹ ਉਹਨਾਂ ਦੀ ਮਰਜ਼ੀ ਹੈ। ਹਾਂਜੀ, ਕੌਂਸਲੇਟ ਦੇ ਗਿਆ ਇਹ ਵਾਸ਼ਿੰਗਟਨ ਪੋਸਟ ਦੇ ਵਿੱਚ ਕਾਲਮ ਲਿਖਦਾ ਹੁੰਦਾ ਸੀ ਖਸ਼ੋਗੀ, ਤੇ ਕ੍ਰਿਟੀਕਲ ਸੀ ਉਹਦੇ, ਮਤਲਬ ਕਾਫੀ ਆਲੋਚਨਾ ਕਰਦਾ ਸੀ ਆਪਣੇ ਦੇਸ਼ ਦੀ। ਉਹਨਾਂ ਨੇ ਅੰਦਰੋਂ ਫਿਰ ਜਿਹੜੀ ਉਹਦੀ ਲਾਸ਼ ਨਿਕਲੀ ਉਹ ਬੋਰੀ ਦੇ ਵਿੱਚ ਕੱਟੀ ਹੋਈ ਨਿਕਲੀ, ਪੋਟੀਆਂ ਕਰਕੇ ਸਿੱਟਿਆ ਖਸ਼ੋਗੀ ਨੂੰ। ਤਾਂ ਉਹਦੀ ਇਨਵੈਸਟੀਗੇਸ਼ਨ ਇਹਨਾਂ ਨੇ ਕਰਵਾਈ ਸੀ US ਵਾਲਿਆਂ ਨੇ ਉੱਥੇ। ਆਫ ਕੋਰਸ ਟਰਕਿਸ਼ ਜਿਹੜੀਆਂ ਅਥਾਰਟੀਜ਼ ਉਹਨਾਂ ਨੇ ਸਾਥ ਦਿੱਤਾ। ਤਾਂ ਉਹ ਰਿਪੋਰਟ ਇਹਨਾਂ ਨੇ ਜੋ ਬਾਈਡਨ ਪਹਿਲਾਂ ਕਹਿੰਦੇ, ਸਾਊਦੀ ਵਾਲੇ ਕਹਿੰਦੇ ਸੀ ਵੀ ਤੁਸੀਂ ਸਾਨੂੰ ਸੌਂਪ ਦਿਓ ਰਿਪੋਰਟ, ਅਸੀਂ ਉਹ ਤੇ ਅਮਲ ਕਰਾਂਗੇ। ਹਾਂਜੀ, ਇਹਨਾਂ ਨੇ ਉਹ ਪਬਲਿਕ ਕਰਤੀ ਉਹ। ਤੇ ਸਾਊਦੀ ਅਰੇਬੀਆ ਨੇ ਇਹਨਾਂ ਨੂੰ ਫਿਰ ਬਹੁਤ ਦਬਕਿਆ ਇਹਨਾਂ ਨੂੰ। ਫਿਰ ਇਹਨਾਂ ਨੂੰ ਇੱਕਦਮ ਆਇਲ ਪ੍ਰਾਈਸਿਸ ਦਾ ਯਾਦ ਆ ਗਈ। ਹਾਂਜੀ, ਸਾਊਦੀ ਅਰੇਬੀਆ ਦੀ ਹੁਣ ਲੋੜ ਸੀ। ਹਾਂਜੀ, ਸਭ ਤੋਂ ਵੱਡੀ ਲੋੜ ਹੈ ਵੀ ਤੁਸੀਂ ਪ੍ਰੋਡਕਸ਼ਨ ਤੁਸੀਂ ਜ਼ਿਆਦਾ ਕਰੋ ਤਾਂ ਕਿ ਸਪਲਾਈ ਜ਼ਿਆਦਾ ਹੋਵੇ ਤਾਂ ਕੀਮਤ ਥੋੜੀ ਜਿਹੀ ਥੱਲੇ ਨੂੰ ਆਵੇ। ਹਾਂਜੀ, ਤੇ ਸਾਊਦੀ ਅਰੇਬੀਆ ਵਾਲੇ ਕਹਿੰਦੇ ਵੀ ਪਹਿਲਾਂ ਤਾਂ ਉਹ ਰਿਪੋਰਟ ਤੁਹਾਨੂੰ ਕਿਹਾ ਸੀ ਕਿ ਉਹ ਪਬਲਿਸ਼ ਨਾ ਕਰੋ, ਤੁਸੀਂ ਜਾਣਬੁੱਝ ਕੇ ਕੀਤੀ ਜੀ। ਫਿਰ ਇਹਨਾਂ ਨੇ ਟਰਕੀ ਤੇ ਜ਼ੋਰ ਪਾਇਆ US ਵਾਲਿਆਂ ਨੇ। ਇਹ ਕਹਿੰਦੇ ਵੀ ਅਸੀਂ ਇੰਨਾ ਕੰਮ ਕਰ ਦਿੰਦੇ ਆ, ਟਰਕੀ ਦੇ ਵਿੱਚ ਜਿਹੜਾ ਮੁਕੱਦਮਾ ਚੱਲਣਾ, ਵੈਸੇ ਤਾਂ ਟਰਕੀ 'ਚ ਚੱਲਣਾ ਚਾਹੀਦਾ ਵੈਸੇ। ਹਾਂਜੀ, ਕਿਉਂਕਿ ਬੰਦਾ ਉਹ ਉੱਥੇ ਹੀ ਮਾਰਿਆ ਭਾਵੇਂ ਇਹਨਾਂ ਦੇ ਕੌਂਸਲਰ ਦੇ ਵਿੱਚ ਆ, ਬੰਦਾ ਮਰਿਆ ਤਾਂ ਉੱਥੇ ਹੀ ਆ। ਹਾਂਜੀ, ਟ੍ਰਾਇਲ ਉਹਦਾ ਉੱਥੇ ਚੱਲਣਾ ਚਾਹੀਦਾ ਸੀ ਜੀ। ਇਹਨਾਂ ਨੇ ਜ਼ੋਰ ਪਾ ਕੇ ਉਹ ਟ੍ਰਾਂਸਫਰ ਕਰ ਦਿੱਤਾ ਸਾਊਦੀ ਅਰੇਬੀਆ ਦੇ ਵਿੱਚ। ਹੁਣ ਉਹ ਟ੍ਰਾਇਲ ਜਿਹੜਾ ਆ ਐਕਚੁਅਲੀ ਸਾਊਦੀ ਅਰੇਬੀਆ ਦੇ ਵਿੱਚ ਚੱਲਦਾ। ਫਿਰ ਇਹਨਾਂ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਜੋ ਬਾਈਡਨ ਨੇ ਉੱਥੇ ਜਾਣਾ ਸੀ ਸਾਊਦੀ ਅਰੇਬੀਆ। ਹਾਂਜੀ, ਉਹ ਇਹਨਾਂ ਨੇ ਕੈਂਸਲ ਕੀਤੀ ਸੀ ਕਿਉਂਕਿ ਸਾਊਦੀ ਅਰੇਬੀਆ ਵਾਲੇ ਮੰਨ ਨਹੀਂ ਰਹੇ ਸੀ। ਉਹ ਇਹਨਾਂ ਦੀ ਕੋਈ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸੀ ਕਿਉਂਕਿ ਉਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਉਹ ਮੰਨੇ ਨਹੀਂ ਇਹਨਾਂ ਦੀਆਂ। ਹਾਂਜੀ, ਮਈ ਦੇ ਮਹੀਨੇ ਦੇ ਵਿੱਚ ਫਿਰ ਕਮਲਾ ਹੈਰਿਸ ਜਿਹੜੇ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਆ ਉਹ ਗਏ ਉੱਥੇ। ਉਹਨਾਂ ਨੇ ਸ਼ਾਇਦ ਗੱਲਬਾਤ ਸ਼ੁਰੂ ਕਰ ਜਾਂਦੀ ਤਾਂ ਹੁਣ ਜੇ ਤੁਸੀਂ ਰਿਪੋਰਟਸ ਪੜ੍ਹਦੇ ਆ ਉਹਨਾਂ ਦੀਆਂ ਸਾਊਦੀ ਅਰੇਬੀਆ ਦੀਆਂ, ਸ਼ਾਇਦ ਉਹਨਾਂ ਦੇ ਨਾਲ ਕੋਈ ਨਾ ਕੋਈ ਸਮਝੌਤਾ ਕੀਤਾ ਹੋਣਾ ਇਹਨਾਂ ਨੇ। ਹੁਣ ਉਹ ਕਹਿ ਰਹੇ ਆ, ਕਮ ਸੇ ਕਮ ਸਟੇਟਮੈਂਟ ਤਾਂ ਦਿੰਦੇ ਆ ਕਿ ਅਸੀਂ ਪ੍ਰੋਡਕਸ਼ਨ ਜ਼ਿਆਦਾ ਕਰ ਦਿਆਂਗੇ ਜੀ। ਤੇ ਇਹ ਚਾਹੁੰਦੇ ਇਹੀ ਆ ਕਿ ਪ੍ਰੋਡਕਸ਼ਨ ਜ਼ਿਆਦਾ ਹੋਵੇ ਤਾਂ ਉਹਦੇ ਨਾਲ ਕੀਮਤਾਂ ਆਇਲ ਦੀਆਂ ਘਟਣ, ਕਮ ਸੇ ਕਮ ਨਵੰਬਰ ਦੀਆਂ ਇਲੈਕਸ਼ਨ ਤੋਂ ਪਹਿਲਾਂ ਜ਼ਰੂਰ ਘਟਣ, ਬਾਅਦ ਚ ਵੱਧ ਜਾਣ ਤਾਂ ਕੋਈ ਗੱਲ ਨਹੀਂ। ਹਾਂਜੀ, ਕਿਉਂਕਿ ਇਸ ਵੇਲੇ ਇੱਕ ਇਹ ਵੀ ਇਸ਼ੂ ਬਣੀ ਆ, ਲੋਕੀ ਹਰੇਕ ਹੀ ਬੰਦਾ ਜਿਹੜਾ ਜਾਂਦਾ ਕੰਮ ਤੇ ਜਾਂਦਾ ਉਹ ਗੈਸ ਸਟੇਸ਼ਨ ਤੇ ਤਾਂ ਰੁਕਦਾ ਹੀ ਆ। ਹਾਂਜੀ, ਜਦੋਂ ਗੈਸ ਸਟੇਸ਼ਨ ਤੇ ਜਾਂਦੇ ਤਾਂ ਉਹਨਾਂ ਨੂੰ ਪ੍ਰਾਈਸ ਦੀਦੀ ਆ, ਤਾਂ ਫਿਰ ਉਹ ਬਾਈਡਨ ਚੇਤੇ ਆ ਜਾਂਦਾ। ਹਾਂਜੀ, ਇਹਦੇ ਰਾਜਕਾਲ ਦੇ ਵਿੱਚ ਡਬਲ ਹੋ ਗਈ ਹੈ। ਹਾਂਜੀ, ਜੇ ਇਹ ਹਾਲਾਤ ਰਹੇ ਆ ਡੈਮੋਕ੍ਰੈਟਸ ਦੇ ਤਾਂ ਫਿਰ ਇਹ ਵੀ ਜਿਹੜੀ ਇੱਕ ਆਇਲ ਪ੍ਰਾਈਸ ਵਧਣ ਦੇ ਨਾਲ ਵੀ ਇਹਨਾਂ ਦੀਆਂ ਸੀਟਾਂ ਘਟਣੀਆਂ ਜੀ। ਵੈਸੇ ਵੀ ਇਹਨਾਂ ਦੀ ਜੇ ਇਕਨੋਮਿਕ ਰੇਟਿੰਗ ਵੀ ਆਪਾਂ ਦੇਖਦੇ ਆ ਮਾਈਨਸ ਦੇ ਵਿੱਚ ਆ। ਉਹ ਇਸੇ ਕਰਕੇ ਆ ਕਿ ਹੁਣ ਨੰਬਰ ਆਫ, ਇੱਕ ਤਾਂ ਜਿਹੜੀਆਂ ਗਰੋਸਰੀ ਆਈਟਮਸ ਬਹੁਤ ਮਹਿੰਗੀਆਂ ਹੈ। ਹਾਂਜੀ, ਦੂਸਰਾ ਦੇਖੋ ਆਇਲ ਦੇ ਨਾਲ ਜੁੜੀਆਂ ਹੈ ਨਾ। ਆਇਲ ਦੀ ਖਪਤ ਆ ਖੇਤੀਬਾੜੀ ਦੇ ਖੇਤੇ ਦੇ ਵਿੱਚ ਵੀ ਬਹੁਤ ਹੁੰਦੀ ਹੈ, ਟਰਾਂਸਪੋਰਟ ਦੇ ਵਿੱਚ ਹੁੰਦੀ ਹੈ। ਹਰ ਚੀਜ਼ ਦੀ ਪ੍ਰਾਈਸ ਤਾਂ ਚੜ ਜਾਂਦੀ ਜੇ ਆਇਲ ਦੀ ਪ੍ਰਾਈਸ ਚੜ੍ਹਦੀ ਹੈ। ਸੋ ਇਹਨਾਂ ਦੀ ਪੂਰੀ ਕੋਸ਼ਿਸ਼ ਤਾਂ ਲੱਗੇ ਆ ਵੀ ਥੋੜੀ ਜਿਹੀ ਆਇਲ ਦੀ ਪ੍ਰਾਈਸ ਘੱਟ ਹੋਵੇ। ਪਤਾ ਨਹੀਂ ਹੁਣ ਸਕਸੈਸਫੁਲ ਹੁੰਦੇ ਜਾਂ ਨਹੀਂ ਹੁੰਦੇ ਜੀ। ਡਾਕਟਰ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ ਜੀ। ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਜ਼ੇਲੈਂਸਕੀ ਦੇ ਜਿਹੜੇ ਸਹਿਯੋਗੀ ਨੇ ਨਾ, ਉਹ ਜਰਮਨੀ ਤੇ ਕਾਫੀ ਜ਼ਿਆਦਾ ਖਫਾ ਨੇ। ਉਹਨਾਂ ਨੇ ਕਾਫੀ ਜ਼ਿਆਦਾ ਨਿੰਦਾ ਕੀਤੀ ਆ
ਤੇ ਪੂਰਾ ਜਿਹੜਾ ਮਾਮਲਾ ਹੈ ਕਿ ਤੁਸੀਂ ਦੱਸੋ ਡਿਟੇਲ ਦੇ ਵਿੱਚ। ਦੇਖੋ, ਸ਼ੁਰੂ ਤੋਂ ਲੈ ਕੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਇਹ ਸਮਝਦੇ ਸੀ ਕਿ ਯੂਰਪੀਅਨ ਯੂਨੀਅਨ ਦੇ ਮੈਂਬਰਸ ਨੇ, ਅਮਰੀਕਾ ਵਾਲਿਆਂ ਨੇ ਮੇਰੇ ਨਾਲ ਆ ਕੇ ਖੜੇ ਹੋ ਜਾਣਾ। ਉਹਨਾਂ ਨੂੰ ਯਕੀਨ ਸੀ ਪਹਿਲਾਂ ਤਾਂ, ਮੇਰਾ ਖਿਆਲ ਯਕੀਨ ਹੀ ਹੋਣਾ ਬੰਦੇ ਨੂੰ। ਹਾਂਜੀ। ਫਿਰ ਉਹ ਨਿਰਾਸ਼ ਵੀ ਹੋਏ ਵੀ ਕੋਈ ਇੱਕ ਤਾਂ ਆਉਂਦੇ ਨਹੀਂ ਨਾਲ, ਦੂਸਰਾ ਜਿਹੜੇ ਖਾਸ ਤੌਰ ਤੇ ਜਰਮਨੀ ਵਾਲੀ ਪਾਵਰਫੁਲ ਇਕਨੋਮੀ ਆ ਯੂਰਪ ਦੇ ਵਿੱਚ, ਜੇ ਸਭ ਤੋਂ ਵੱਡੀ ਇਕਨੋਮੀ ਆ ਤਾਂ ਜਰਮਨੀ ਦੀ। ਹਾਂਜੀ। ਜੇ ਉਹ ਹਥਿਆਰ ਦੇ ਸਕਦੇ ਆ ਕੋਈ ਤਾਂ ਉਹ ਦੇ ਸਕਦੇ ਜੀ। ਆ ਪਿੱਛੇ ਜੇ ਰਿਪੋਰਟ ਆਈ ਸੀ ਕਿ ਉਹਨਾਂ ਨੇ ਕਹਿਤਾ ਸੀ ਅਸੀਂ ਏਅਰ ਟੂ ਏਅਰ ਮਿਸਾਈਲ ਦੇਵਾਂਗੇ, ਫਿਰ ਉਹ ਕਹਿੰਦੇ ਸਾਡੇ ਤੋਂ ਹੈ ਹੀ ਨਹੀਂ। ਹਾਂਜੀ। ਅੱਛਾ, ਇੱਕ ਵਾਰੀ ਜਰਮਨੀ ਦੇ ਪ੍ਰੈਜ਼ੀਡੈਂਟ ਨੇ ਜਾਣ ਦੀ ਪੇਸ਼ਕਸ਼ ਕੀਤੀ ਸੀ, ਯੂਕਰੇਨ ਮੈਂ ਜਾਊਂਗਾ, ਕਿਉਂਕਿ ਬਹੁਤ ਲੀਡਰ ਉੱਥੇ ਗਏ ਨਾ, ਫਰਾਂਸ ਦੇ ਲੀਡਰ ਵੀ ਗਏ ਆ, ਇੰਗਲੈਂਡ ਦੇ ਲੀਡਰ ਵੀ ਗਏ ਆ, ਉਹਨਾਂ ਨੇ ਵੀ ਪੇਸ਼ਕਸ਼ ਕੀਤੀ ਮੈਂ ਵੀ ਜਾਊਂਗਾ। ਤੇ ਉਹ ਗੁੱਸੇ 'ਚ ਪੁਰਾਣੇ ਕਹਿੰਦੇ ਤੁਸੀਂ ਨਾ ਹੀ ਆਓ ਤਾਂ ਚੰਗਾ। ਹਾਂਜੀ। ਇਹ ਵੈਸੇ ਨਾਰਮਲੀ ਦੇਸ਼ ਕੋਈ ਕਰਦਾ ਨਹੀਂ ਏਦਾਂ, ਪਰ ਉਹਨਾਂ ਨੇ ਕਰ ਦਿੱਤਾ। ਹੁਣ ਇਸ਼ੂ ਬਣ ਗਈ ਸੀ ਕਿ ਇਹ ਮੰਗਦੇ ਸੀ ਉਹਨਾਂ ਤੋਂ ਟੈਂਕ। ਹਾਂਜੀ। ਆਰਮਰਡ ਵਹੀਕਲ ਮੰਗਦੇ, ਤਾਂ ਉਹਨਾਂ ਨੇ ਕਿਹਾ ਨਹੀਂ ਅਸੀਂ ਨਹੀਂ ਦੇ ਸਕਦੇ ਹਰ ਚੀਜ਼ ਨੂੰ। ਹੁਣ ਇਹਨਾਂ ਨੂੰ ਪਤਾ ਲੱਗਾ, ਉਹ ਕਹਿੰਦੇ ਵੀ ਤੁਸੀਂ ਆਪਣੇ ਪਰਚੇਜ਼ਿੰਗ ਲਈ, ਜਿਹੜੀ ਆਪਣੀ ਆਰਮੀ ਲਈ ਆ, $100 ਬਿਲੀਅਨ ਲਾਉਣਾ, ਤਾਂ ਸਾਨੂੰ ਤੁਸੀਂ ਵਾਅਦਾ ਕੀਤਾ ਸੀ 5000 ਹੈਲਮਟ ਦੇਣ ਦਾ। ਹਾਂਜੀ। ਤਾਂ ਉਹ 5000 ਹੈਲਮਟ ਕਿੱਥੇ ਗਈਆਂ? ਹਾਂਜੀ। ਟੈਂਕ ਤਾਂ ਨਹੀਂ ਦੇਣੇ, ਪਰ ਹੈਲਮਟ ਤਾਂ ਦੇ ਦਿਓ। ਉਹ ਹੁਣ ਐਡਵਾਈਜ਼ਰ ਇਹੀ ਸਵਾਲ ਕਰਦਾ ਸੀ, ਕਹਿੰਦਾ ਮੈਂ ਲੱਭਦਾ ਫਿਰਦਾ ਉਹ ਹੈਲਮਟ, ਮੈਨੂੰ ਦਿਸੀਆਂ ਨਹੀਂ ਕਿਤੇ। ਹਾਂਜੀ। ਉਹ ਸ਼ਰੇਆਮ ਓਪਨਲੀ ਹੁਣ ਕਰਨ ਲੱਗ ਪਿਆ ਕ੍ਰਿਟਿਸਾਈਜ਼ ਕਿ ਜਰਮਨੀ ਵਾਲੇ ਸਾਡੀ ਸਪੋਰਟ ਨਹੀਂ ਕਰ ਰਹੇ। ਉਹ ਤੇ ਵੈਸੇ ਓਪਨਲੀ ਇਹ ਵੀ ਕਹਿ ਰਹੇ ਆ ਕਿ ਅਸੀਂ ਸੋਚਣ ਲਈ ਮਜਬੂਰ ਹੋਏ ਪਏ ਆ ਕਿ ਜਰਮਨੀ ਨੇ ਸਾਨੂੰ ਆਖਿਰ ਦਿੱਤਾ ਕੀ ਆ। ਜਰਮਨੀ ਵਾਲਿਆਂ ਨੂੰ ਪਹਿਲੀ ਗੱਲ ਤਾਂ ਉਹਨਾਂ ਤੇ ਗੁੱਸਾ ਆਇਆ ਕਿ ਨਾ ਆਇਲ ਲੈਣੋਂ ਹਟਿਆ, ਨਾ ਗੈਸ ਲੈਣੋਂ ਹਟਿਆ, ਰਸ਼ੀਆ ਦੀਆਂ ਜਿੰਨੇ ਵੀ ਪ੍ਰੋਡਕਟ ਆ ਇਹ ਖਰੀਦੀ ਜਾਂਦੇ ਆ। ਦੂਸਰਾ, ਜਿਹੜੇ ਸਾਨੂੰ ਚੀਜ਼ਾਂ ਦੇਣੀਆਂ ਚਾਹੀਦੀਆਂ ਇਹਨਾਂ ਨੂੰ ਉਹ ਦਿੰਦੇ ਨਹੀਂ। ਤੇ ਹੁਣ ਅਖੀਰਲੀ ਗੱਲ ਜਿਹੜੀ ਆ ਗਈ ਸੀ ਕਿ ਹੈਲਮਟ ਤਾਂ ਦੇ ਦਿਓ ਭਾਈ। ਹਾਂਜੀ। ਉਹ ਜਿਹੜਾ ਹੈਗਾ, ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਉਹ ਐਡਵਾਈਜ਼ਰ ਆ, ਉਹ ਕਹਿੰਦਾ ਕਿ ਮੈਂ ਪਤਾ ਲਾ ਕੇ ਰਹੂੰਗਾ ਕਿ ਆਖਿਰ ਹੈਲਮਟ ਗਏ ਕਿੱਥੇ ਆ, ਹੈਲਮਟ ਹੈ ਕਿੱਥੇ ਆ, ਜਿਹੜਾ ਪ੍ਰੋਮਿਸ ਕੀਤਾ ਸੀ ਇਹਨਾਂ ਨੇ ਸਾਡੇ ਨਾਲ ਪੂਰਾ ਕਿਉਂ ਨਹੀਂ ਕੀਤਾ। ਹੈਲਮਟ ਤਾਂ ਭੇਜ ਹੀ ਸਕਦੇ ਸੀ ਜੇ ਟੈਂਕ ਨਹੀਂ ਭੇਜ ਸਕਦੇ। ਚਲੋ ਟੈਂਕ ਤਾਂ ਵੱਡੀ ਗੱਲ ਆ ਨਾ, ਟੈਂਕ ਤਾਂ ਨਹੀਂ ਦੇਣੇ, ਉਹ ਕਈ ਬਹਾਨੇ ਬਣਾਉਂਦੇ ਆ। ਹਾਂਜੀ। ਪਰ ਹੁਣ ਹੈਲਮਟ ਤਾਂ ਕੋਈ ਵੱਡੀ ਗੱਲ ਨਹੀਂ। ਹਾਂਜੀ। ਇਹ ਕਹਿੰਦੇ ਕਮ ਸੇ ਕਮ ਸਾਨੂੰ ਹੈਲਮਟ ਤਾਂ ਦੇ ਦਿਓ। ਹਾਂਜੀ। ਇਹਦੇ ਤੇ ਪਰ ਉਦਾਂ ਦੇਖੋ ਤੁਸੀਂ ਯੂਕਰੇਨ ਦੀ ਆਰਮੀ ਦਾ ਕਿੰਨਾ ਬੁਰਾ ਹਾਲ ਹੋਣਾ, ਇਹਨਾਂ ਦੇ ਕੋਲ ਹੈਲਮਟ ਵੀ ਹੈ ਨਹੀਂ। ਹਾਂਜੀ ਡਾਕਟਰ ਸਾਹਿਬ, ਵੈਸੇ ਸੋਚਣ ਦੀ ਗੱਲ ਆ ਕਿ ਹੈਲਮਟ ਹੈ ਨਹੀਂ, ਤੇ ਹੁਣ ਉਹਦੇ ਤੇ ਹੀ ਉਹਨਾਂ ਦਾ ਜਿਹੜਾ ਐਡਵਾਈਜ਼ਰ ਆ ਉਹ ਕ੍ਰਿਟੀਸਾਈਜ਼ ਕਰ ਰਿਹਾ ਜਰਮਨੀ ਨੂੰ। ਡਾਕਟਰ ਸਾਹਿਬ, ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਆ, ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ ਫਿਰ ਆਪਾਂ ਗੱਲਬਾਤ ਕਰਾਂਗੇ ਵੈਸਟਰਨ ਕੰਟਰੀਜ਼ ਦੇ ਬਾਰੇ ਜੋ ਮੰਗ ਕਰਦੇ ਆ ਕਿ ਜਿਹੜਾ ਰਸ਼ੀਆ ਨੂੰ ਇੰਟਰਨੈਸ਼ਨਲ ਲਾਜ਼ ਦੀ ਪਾਲਣਾ ਕਰਨੀ ਚਾਹੀਦੀ ਆ। ਡਾਕਟਰ ਸਾਹਿਬ, ਰੁਖ ਕਰਦੇ ਆ ਅਗਲੀ ਖਬਰ ਵੱਲ। ਵੈਸਟਰਨ ਕੰਟਰੀਜ਼ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਰਸ਼ੀਆ ਇੰਟਰਨੈਸ਼ਨਲ ਲਾਜ਼ ਦੀ ਪਾਲਣਾ ਕਰੇ। ਰਸ਼ੀਆ ਵੱਲੋਂ ਇੰਟਰਨੈਸ਼ਨਲ ਲਾਜ਼ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਪਰੰਤੂ ਜਿਹੜੇ ਵੈਸਟਰਨ ਕੰਟਰੀਜ਼ ਆਪ ਉਹ ਜਿਹਾ ਕਰਦੇ ਆ। ਕੀ ਕਹਿਣਾ ਚਾਹੋਗੇ ਤੁਸੀਂ? ਇਹ ਵੈਸੇ ਡਿਸਕਸ਼ਨ ਵੀ ਯੂਐਸ ਦੇ ਵਿੱਚ ਹੀ ਸ਼ੁਰੂ ਹੋਈ ਹੈ। ਫਰੀਦ ਜ਼ਕਾਰੀਆ ਇੱਕ CNN ਦੇ ਰਿਪੋਰਟਰ ਹੈ, ਉਹਨਾਂ ਨੇ ਕਾਲਮ ਲਿਖਿਆ ਵਾਸ਼ਿੰਗਟਨ ਪੋਸਟ ਦੇ ਵਿੱਚ ਕਿ ਅਸੀਂ ਦੂਸਰਿਆਂ ਨੂੰ ਤਾਂ ਲੈਕਚਰ ਦਿੰਦੇ ਹਾਂ, ਰਸ਼ੀਆ ਨੂੰ ਖਾਸ ਤੌਰ ਤੇ ਦਿੰਦੇ ਹੋਏ ਇਸ ਵੇਲੇ, ਕਿ ਤੁਸੀਂ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਕਰੋ, ਅਸੀਂ ਉਹਦੀਆਂ ਧੱਜੀਆਂ ਉਡਾਉਣ ਲੱਗੇ ਹਾਂ। ਸਭ ਤੋਂ ਪਹਿਲਾਂ ਉਹਨਾਂ ਨੇ ਇਸ਼ੂ ਲਿਆਂਦੀ ਕਿ ਪ੍ਰੈਜ਼ੀਡੈਂਟ ਨੇ ਪਿਛਲੀ ਵਾਰੀ ਕਹਿ ਦਿੱਤਾ ਸੀ ਕਿ ਨਹੀਂ, ਉਹਨਾਂ ਨੇ ਜੈਨੋਸਾਈਡ ਕਮਿਟ ਕੀਤੀ ਆ, ਫਲਾਣਾ ਕੀਤਾ। ਚਲੋ ਜੈਨੋਸਾਈਡ ਨਹੀਂ ਵੀ ਹੈ ਤਾਂ ਕਮ ਸੇ ਕਮ ਤੁਸੀਂ ਇਹ ਕਹਿ ਸਕਦੇ ਹੋ ਵੀ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਮਿਟ ਕੀਤੇ ਉਹਨਾਂ ਨੇ। ਹਾਂਜੀ। ਇਨਸਾਨੀਅਤ ਦਾ ਘਾਣ ਕੀਤਾ। ਪਰ ਉਹਨੂੰ ਇਨਵੈਸਟੀਗੇਸ਼ਨ ਕਰਨ ਲਈ ਇੰਟਰਨੈਸ਼ਨਲ ਟ੍ਰਿਬਿਊਨਲ ਐਕਟ, ਜਿਹੜਾ ਕਿ 1990s ਤੋਂ ਬਣਾਉਣਾ ਸ਼ੁਰੂ ਕੀਤਾ, ਕੁਝ ਕੁ ਦੇਸ਼ਾਂ ਨੇ ਉਹ 'ਤੇ ਸਾਈਨ ਕੀਤੇ ਆ, ਕੁਝ ਨੇ ਨਹੀਂ ਕੀਤੇ ਉਸ ਸੰਧੀ 'ਤੇ। ਉਹਨੂੰ ਕਹਿੰਦੇ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ICC। ਤੇ ਉਹਦੇ ਵਿੱਚੋਂ ਸਭ ਤੋਂ ਪਹਿਲਾਂ US ਵਾਲੇ ਹਾਲੇ ਤਾਈਂ ਸਾਈਨ ਨਹੀਂ ਕਰਦੇ। ਉਹਦਾ ਮੇਨ ਆਬਜੈਕਟਿਵ ਇਹ ਆ
ਕਿ ਜੇ ਇੱਕ ਦੇਸ਼ ਦਾ ਕੋਈ ਲੀਡਰ ਜਾਂ ਦੇਸ਼ ਦੇ ਕੋਈ ਲੀਡਰ ਹੋਰ ਮਤਲਬ ਮਿਲਟਰੀ ਲੀਡਰ ਜਾਂ ਸਿਵਿਲੀਅਨ ਲੀਡਰਸ ਕੋਈ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਮਿਟ ਕਰਦੇ ਆ, ਉਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਮੂਹਰੇ ਲਿਆ ਕੇ ਪੇਸ਼ ਕੀਤਾ ਜਾਵੇ ਜੀ, ਉਹਨਾਂ ਤੇ ਮੁਕੱਦਮਾ ਚਲਾਇਆ ਜਾਵੇ। ਤੇ ਅੱਜ ਤਾਈਂ ਯੂਐਸ ਨੇ ਸਾਈਨ ਨਹੀਂ ਕੀਤੇ ਉਸ ਟ੍ਰੀਟੀ ਤੇ, ਚਾਈਨਾ ਨੇ ਵੀ ਨਹੀਂ ਸਾਈਨ ਕੀਤੇ, ਇੰਡੀਆ ਨੇ ਵੀ ਨਹੀਂ ਸਾਈਨ ਕੀਤੇ ਵੈਸੇ। ਅੱਛਾ, ਉਹ ਕਹਿੰਦੇ ਵੀ ਜੇ ਤੁਸੀਂ ਇਹ ਇਲਜ਼ਾਮ ਲਾਉਣੇ ਆ ਰਸ਼ੀਆ ਤੇ ਉਹਨਾਂ ਦੇ ਜੇ ਉਹਨਾਂ ਨੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਮਿਟ ਕੀਤੇ ਆ, ਉਹਨਾਂ ਨੂੰ ਲਿਆਉਣਾ ਟ੍ਰਿਬਿਊਨਲ ਦੇ ਮੂਹਰੇ, ਤੇ ਫਿਰ ਜੇ ਤੁਸੀਂ ਸਾਈਨ ਨਹੀਂ ਕਰਦੇ ਤਾਂ ਹੋਰ ਕੌਣ ਸਾਈਨ ਕਰੂਗਾ? ਤੁਸੀਂ ਫਿਰ ਬੋਲਦੇ ਕਿਉਂ? ਜੀ, ਇਹ ਤਾਂ ਵੱਡੇ ਵੱਡੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਇਹਨਾਂ ਨੇ, ਜਿੱਦਾਂ ਜੈਨੋਸਾਈਡ ਸ਼ਬਦ ਦੀ ਵਰਤੋਂ ਕੀਤੀ ਸੀ ਜੋ ਬਾਈਡਨ ਸਾਹਿਬ ਨੇ, ਤੇ ਵਾਈਟ ਹਾਊਸ ਵਾਲਿਆਂ ਨੂੰ ਕਿੰਨੀਆਂ ਐਕਸਪਲੇਨੇਸ਼ਨਸ ਦੇਣੀਆਂ ਪਈਆਂ। ਡਰਦੇ ਇਸ ਗੱਲ ਤੋਂ ਆ ਕਿ ਇਹਨਾਂ ਦੇ ਲੀਡਰ ਜਿਹੜੇ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਲਾਅ ਦੇ ਐਕਸਪਰਟ ਸੀਗੇ, ਉਹ ਕਹਿੰਦੇ ਸੀ ਕਿ ਜਾਰਜ ਬੁਸ਼ ਜਿਹੜੇ ਪ੍ਰੈਜ਼ੀਡੈਂਟ ਹੋਏ ਆ ਨਾ, ਉਹਨਾਂ ਨੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਮਿਟ ਕੀਤੀਆਂ। ਉਹਨਾਂ ਨੇ ਅਫਗਾਨਿਸਤਾਨ ਤੇ ਹਮਲਾ ਕਰਾਇਆ, ਉਹਨਾਂ ਨੇ ਇਰਾਕ ਤੇ ਹਮਲਾ ਕਰਾਇਆ। ਇਰਾਕ ਦੇ ਵਿੱਚ ਵਸਦਾ ਰਸਤਾ ਉਹਨਾਂ ਦਾ ਇਰਾਕ ਬੜਾ ਸੋਹਣਾ, ਉਹਦੇ ਪ੍ਰੈਜ਼ੀਡੈਂਟ ਨੂੰ ਫੜ ਕੇ ਫਿਰ ਉਹਨੂੰ ਫਾਂਸੀ ਲਾਈ। ਇਹ ਸਾਰੇ ਦੇ ਸਾਰੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਦੇ ਇੰਟਰਨੈਸ਼ਨਲ ਲਾਅ ਦੇ ਖਿਲਾਫ ਹੈ। ਹੁਣ ਵੱਡੀ ਫਿਕਰ ਇਹਨਾਂ ਨੂੰ ਇਹ ਪਈ ਸੀ, ਤਾਂ ਹੀ ਨਹੀਂ ਸਾਈਨ ਕਰਦੇ, ਕਿ ਕਈ ਪ੍ਰੈਜ਼ੀਡੈਂਟ ਸਾਡੇ ਵੀ ਉਹਦੇ ਵਿੱਚ ਹੀ ਆਉਂਦੇ ਆ ਜੀ। ਜਾਰਜ ਬੁਸ਼ ਨੂੰ ਆਈਸੀਸੀ ਨੇ ਫੜ ਕੇ ਆਪਣੇ ਮੂਹਰੇ ਲੈ ਜਾਣਾ, ਕਿਉਂਕਿ ਉਹਨਾਂ ਨੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਮਿਟ ਕੀਤੇ। ਅੱਛਾ, ਦੂਸਰੀ ਗੱਲ ਕਰਦੇ ਹਾਂ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਸੀ ਅੱਗੇ। ਇੰਟਰਨੈਸ਼ਨਲ ਲਾਅ ਦੇ ਵਿੱਚ ਅੰਤਰਰਾਸ਼ਟਰੀ ਕਾਨੂੰਨ ਦੇ ਹਿਸਾਬ ਦੇ ਨਾਲ ਤੁਸੀਂ 3 ਤਰੀਕੇ ਆ ਜਿਹੜੇ ਜੇ ਤੁਸੀਂ ਇੰਟਰਫੀਅਰ ਕਰ ਸਕਦੇ ਹੋ। ਵੈਸੇ ਯੂਐਨ ਵਾਲੇ ਇਹ ਪ੍ਰਿੰਸੀਪਲ ਆ ਕਿ ਇੱਕ ਮੁਲਕ ਨੂੰ ਦੂਸਰੇ ਮੁਲਕ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇ ਸਕਦਾ ਕੋਈ। ਇੱਕ ਹੈਗਾ ਚੈਪਟਰ 7 ਸਿਕਿਉਰਿਟੀ ਕਾਉਂਸਲ ਦੇ ਵਿੱਚ ਯੂਐਨ ਨੂੰ ਆਥੋਰਾਈਜ਼ ਕੀਤਾ ਹੈ, ਉਹ ਲੀਗਲ ਤਰੀਕਾ ਹੈ, ਸਾਰੇ ਦੇਸ਼ਾਂ ਨੇ ਸਾਈਨ ਕੀਤੇ ਹੈ। ਉਹ ਹੈ ਕਿ ਜੇ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨ ਪਾਸ ਕਰ ਦੇਵੇ ਚੈਪਟਰ 7 ਦੇ ਅੰਡਰ ਕਿ ਫਲਾਣੇ ਮੁਲਕ ਨੇ ਫਲਾਣੇ ਤੇ ਹਮਲਾ ਕੀਤਾ ਹੈ, ਉਹਦੇ ਖਿਲਾਫ ਚਾਹੇ ਇੱਕ ਮੁਲਕ ਨੂੰ ਆਥੋਰਾਈਜ਼ ਕਰ ਦੇਵੇ ਉਹਨੂੰ ਸਜ਼ਾ ਦੇਣ ਲਈ, ਚਾਹੇ ਉਹ ਸਾਰੇ ਮੁਲਕਾਂ ਨੂੰ ਕਹਿ ਦੇਵੇ ਕਿ ਤੁਸੀਂ ਸਾਰੇ ਜਾਣੇ ਐਕਸ਼ਨ ਲਓ ਇਹ ਤੇ, ਜਿਹਦਾ ਕੋਰੀਆ 'ਚ ਲਿਆ ਸੀ ਐਕਸ਼ਨ। ਸੋ ਇੱਕ ਤਰੀਕਾ ਇਹ ਆ। ਯੂਐਨ ਸਿਕਿਉਰਿਟੀ ਦੇ ਵਿੱਚ ਹੁਣ ਹੁੰਦਾ ਨਹੀਂ ਕਦੇ ਰੈਜ਼ੋਲੂਸ਼ਨ ਪਾਸ, ਕਿਉਂਕਿ ਰਸ਼ੀਆ ਵਾਲੇ ਵੀਟੋ ਕਰ ਦਿੰਦੇ, ਕਦੇ ਅਮਰੀਕਾ ਵਾਲੇ ਕਰ ਦਿੰਦੇ, ਕਦੇ ਚੀਨ ਵਾਲੇ ਕਰ ਦਿੰਦੇ। ਦੂਸਰਾ ਤਰੀਕਾ ਇਹ ਹੈਗਾ ਜਿੱਦਾਂ ਅਸੀਂ ਗੱਲ ਕੀਤੀ ਇਨਵੀਟੇਸ਼ਨ। ਹਾਂਜੀ, ਕਿ ਇੱਕ ਦੇਸ਼ ਦੀ ਲੈਜਿਟਿਮੇਟ ਸਰਕਾਰ ਜਿਹੜੀ ਹੈ, ਉਹਨਾਂ ਦੇ ਅਥਾਰਟੀ ਇਹ ਕਹਿੰਦੀ ਆ ਕਿ ਸਾਨੂੰ ਤੁਸੀਂ ਸੱਦਿਆ ਸੀ। ਜਿੱਦਾਂ ਗ੍ਰੇਨੇਡਾ ਦੇ ਵਿੱਚ ਇਹਨਾਂ ਨੇ 1983 ਦੇ ਵਿੱਚ ਹਮਲਾ ਕੀਤਾ ਯੂਐਸ ਵਾਲਿਆਂ ਨੇ, ਤੇ ਉੱਥੇ ਫਿਰ ਸਿਕਿਉਰਿਟੀ ਕਾਉਂਸਲ ਦੀ ਜਦੋਂ ਮੀਟਿੰਗ ਹੋਈ ਨਿਊਯਾਰਕ ਦੇ ਵਿੱਚ, ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉਹਨਾਂ ਦੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਕੇ ਕਿੱਦਾਂ ਹਮਲਾ ਕੀਤਾ। ਇਹਨਾਂ ਨੇ ਐਂਬੈਸਡਰ ਨੇ ਫਟਾਫਟ ਕਹਿਤਾ ਕਿ ਸਾਨੂੰ ਉਹਨਾਂ ਨੇ ਚਿੱਠੀ ਭੇਜੀ ਸੀ। ਉਹ ਕਹਿੰਦੇ ਵੀ ਚਿੱਠੀ ਕਿਹੜੀ ਭੇਜੀ ਸੀ, ਦਿਖਾ ਲਓ ਚਿੱਠੀ। ਚਿੱਠੀ ਜਿਹੜੀ ਭੇਜੀ ਸੀ ਉਹਨਾਂ ਨੇ ਫਟਾਫਟ ਮੰਗਾਈ ਕਿਤਿਓਂ, ਉਹ ਚਿੱਠੀ ਫੋਰਨ ਮਿਨਿਸਟਰ ਨੇ ਲਿਖੀ ਸੀ। ਗ੍ਰੇਨੇਡਾ ਦੇ ਫੋਰਨ ਮਿਨਿਸਟਰ ਨੇ ਪ੍ਰੈਜ਼ੀਡੈਂਟ ਨੂੰ ਲਿਖ ਕੇ ਭੇਜਿਆ ਸੀ, ਕੋਈ ਜਿਹੜੀ ਫੈਕਸ ਕੀਤੀ ਆ ਉਹ ਤੇ ਲਿਖਿਆ ਵੀ ਤੁਸੀਂ ਆਪਣੀਆਂ ਫੌਜਾਂ ਸਾਡੇ ਭੇਜੋ, ਸਾਡੇ ਕੋਈ ਪ੍ਰੋਬਲਮ ਪੈ ਗਈ ਆ ਜੀ। ਹੁਣ ਇਸ਼ੂ ਇਹ ਬਣ ਗਈ ਸੀ ਕਿ ਕੀ ਇੱਕ ਫੋਰਨ ਮਿਨਿਸਟਰ ਦੇ ਕੋਲ ਅਥਾਰਟੀ ਹੈਗੀ ਆ ਕਿਸੇ ਦੇਸ਼ ਦੀਆਂ ਫੌਜਾਂ ਨੂੰ ਸੱਦਣ ਦੀ, ਜਿਹਦਾ ਕੈਨੇਡਾ ਦੇ ਵਿੱਚ ਕਰਨਾ ਹੋਵੇ, ਕੀ ਫੋਰਨ ਮਿਨਿਸਟਰ ਆਥੋਰਾਈਜ਼ਡ ਹੈ? ਇੱਥੇ ਕੌਣ ਬੰਦਾ ਆਥੋਰਾਈਜ਼ਡ ਹੈ? ਉਹ ਫਿਰ ਉੱਥੇ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਇਦਾਂ ਕਰਦੇ ਹਾਂ, ਗ੍ਰੇਨੇਡਾ ਦਾ ਕਨਸਟੀਟਿਊਸ਼ਨ ਲੈ ਕੇ ਆਓ ਸਾਡੇ ਕੋਲ, ਉਹ 'ਚ ਲਿਖਿਆ ਹੋਣਾ ਵੀ ਕਿਹੜਾ ਬੰਦੇ ਨੂੰ ਅਥਾਰਟੀ ਆ। ਉੱਥੇ ਯੂਐਨ ਦੇ ਵਿੱਚ ਲਾਇਬ੍ਰੇਰੀ ਵੀ ਹੈ, ਉੱਥੇ ਜਿਹੜੀ ਇੱਕ ਕਾਪੀ ਪਈ ਸੀ, CIA ਕਿੰਨੀ ਤੇਜ਼ ਕੰਮ ਕਰਦੀ ਹੈ ਉੱਥੇ, ਇਹਨਾਂ ਨੇ ਉਹ ਕਾਪੀ ਗਾਇਬ ਕਰਤੀ ਇੱਕਦਮ ਹੀ। ਇਹਨਾਂ ਨੂੰ ਉਦੋਂ ਹੀ ਪਤਾ ਲੱਗਾ ਨਾ, ਸੁਣਦੇ ਗਏ ਉੱਥੇ ਤਾਂ ਉਹਨਾਂ ਨੂੰ ਕਾਪੀ ਨਹੀਂ ਲੱਭੀ। ਫਿਰ ਕੋਲੰਬੀਆ ਯੂਨੀਵਰਸਿਟੀ ਦੇ ਫੋਨ ਕੀਤਾ ਉਹਨਾਂ ਨੇ, ਉੱਥੇ ਕੋਲੰਬੀਆ ਯੂਨੀਵਰਸਿਟੀ ਆ ਨਿਊਯਾਰਕ ਦੇ ਵਿੱਚ,
ਉਹਨਾਂ ਦੀ ਲਾਇਬ੍ਰੇਰੀ ਨੂੰ ਫੋਨ ਕੀਤਾ। ਉਹ ਕਹਿੰਦੇ ਵੀ ਸਾਡੇ ਤੋਂ ਇੱਕ ਕਾਪੀ ਪਈ ਆ ਵੀ ਅਸੀਂ ਫਿਰ ਭੇਜ ਦਿੰਦੇ ਹਾਂ। ਉਹਨਾਂ ਨੇ ਟੈਕਸੀ ਕਰਕੇ ਭੇਜੀ, ਜਾਨੂੰ ਮੀਟਿੰਗ ਖਤਮ ਹੋ ਗਈ ਸੀ ਜਦੋਂ ਤੱਕ ਪਹੁੰਚੇ। ਜਦ ਤੱਕ ਉਹ ਪਹੁੰਚੇ। ਵੈਸੇ ਉਹ ਗ੍ਰੇਨੇਡਾ ਦੇ ਕਨਸਟੀਟਿਊਸ਼ਨ 'ਚ ਇਹ ਲਿਖਿਆ ਸੀ ਕਿ ਗਵਰਨਰ ਜਨਰਲ ਜਿਹੜਾ ਆ ਉਹ ਉੱਥੇ ਦਾ ਉਹੋ ਹੀ ਭੇਜ ਸਕਦਾ ਇਨਵੀਟੇਸ਼ਨ ਕਿਸੇ ਨੂੰ। ਜੇ ਮਤਲਬ ਇੰਟਰਨੈਸ਼ਨਲ ਲਾਅ ਦੇ ਤੌਰ ਤੇ ਉਹੀ ਇਲੀਗਲ ਤਰੀਕੇ ਨਾਲ ਇਹਨਾਂ ਨੇ ਖੁਦ ਕੀਤਾ ਹਮਲਾ। ਹੁਣ ਇੱਕ ਅਫਗਾਨਿਸਤਾਨ ਦੀ ਗੱਲ ਲੈਂਦੇ, ਇਹ ਤੀਜਾ ਤਰੀਕਾ ਹੈਗਾ ਆ ਸੈਲਫ ਡਿਫੈਂਸ। ਤੁਸੀਂ ਕਹਿੰਦੇ ਆ ਕਿ ਸਾਡੇ ਦੇਸ਼ ਤੇ ਇਹਨਾਂ ਨੇ ਕੋਈ ਨੁਕਸਾਨ ਕੀਤਾ, ਹਮਲਾ ਕੀਤਾ, ਹੁਣ ਉਹਦੇ ਤੇ ਤੁਸੀਂ ਮਿਲਟਰੀ ਐਕਸ਼ਨ ਲੈ ਸਕਦੇ ਕਿਸੇ ਦੇ ਖਿਲਾਫ, ਉਹ ਲੈਜਿਟਿਮੇਟ ਆ, ਠੀਕ ਹੈ। ਉਹਦੇ ਥੋੜ੍ਹੀਆਂ ਜਿਹੀਆਂ ਧਾਰਾਵਾਂ ਲੱਗਦੀਆਂ ਉਹਦੇ ਤੇ ਵੀ। ਪਹਿਲਾਂ ਜਿੱਦਾਂ ਫਾਰ ਐਗਜ਼ਾਮਪਲ ਇੱਥੇ ਸਾਡੇ ਕੋਈ ਸ਼ਿਪ ਤੇ ਤਬਾਹ ਕਰ ਜਾਵੇ 10 ਸਕਾਈ ਮਾਰਟ ਦੇ ਵਿੱਚ, ਪਹਿਲੀ ਧਾਰਾ ਤਾਂ ਇਹ ਆ ਕਿ ਤੁਸੀਂ ਕੋਸ਼ਿਸ਼ ਕਰੋ ਕਿ ਡਿਪਲੋਮੈਟਿਕ ਤਰੀਕੇ ਦੇ ਨਾਲ ਉਹਨੂੰ ਰਿਜ਼ੋਲਵ ਕੀਤਾ ਜਾਵੇ ਜੀ। ਹੁਣ ਆਖਰੀ ਹਥਿਆਰ ਆ ਕਿ ਤੁਸੀਂ ਉਹ ਤੇ ਫਿਰ ਹਮਲਾ ਕਰੋ ਦੇਸ਼ ਤੇ, ਓਨਾ ਹੀ ਸਿਰਫ ਕਰੋ ਕਿ ਉਹਨਾਂ ਨੂੰ ਵੀ ਓਨਾ ਹੀ ਡੈਮੇਜ ਹੋਵੇ ਜਿੰਨਾ ਤੁਹਾਨੂੰ ਹੋਇਆ ਸੀ। ਤੁਸੀਂ ਇਹ ਮਤਲਬ ਇਹ ਬਿਲਕੁਲ ਲੀਹ ਦੇ ਫਕੀਰ ਹੋਣ ਦੀ ਲੋੜ ਨਹੀਂ ਆ ਕਿ ਅਸੀਂ ਵੀ ਉਹਨਾਂ ਦੇ 10 ਜਹਾਜ਼ ਤਬਾਹ ਕਰਕੇ ਆਉਣੇ ਆ। ਹੋ ਸਕਦਾ ਤੁਹਾਡੇ ਤੋਂ 20 ਹੋ ਜਾਣ, ਪਰ ਇਦਾਂ ਨਹੀਂ ਹੋ ਸਕਦਾ ਵੀ ਤੁਹਾਡੇ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇ। ਅਫਗਾਨਿਸਤਾਨ ਦੇ ਵਿੱਚ ਇਹਨਾਂ ਨੇ ਬਹਾਨਾ ਲਾਇਆ ਕਿ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਕਿ ਸਾਡੇ ਜਿਹੜੇ ਟ੍ਰੇਡ ਟਾਵਰ ਆ ਉਹ ਥੱਲੇ ਸਿੱਟੇ ਤੇ 3300 ਬੰਦਾ ਮਰਿਆ ਸਾਡਾ। ਹਾਂਜੀ। ਤੇ ਇਸ ਕਰਕੇ ਅਸੀਂ ਬਦਲਾ ਲੈਣ ਗਏ ਤੇ ਇਹਨਾਂ ਨੂੰ ਅਸੀਂ ਵੈਸੇ ਡਿਪਲੋਮੈਟਿਕ ਚੈਨਲ ਵੀ ਦਿੱਤੇ ਕਿ ਉਸਾਮਾ ਬਿਨ ਲਾਦਨ ਨੂੰ ਸਾਨੂੰ ਫੜਾ ਦਿਓ, ਤਾਂ ਫੇਰ ਨਹੀਂ ਅਸੀਂ ਆਉਂਦੇ। ਉਹ ਮੰਨੇ ਨਹੀਂ, ਅਸੀਂ ਫਿਰ ਫੌਜ ਭੇਜਤੀ ਉੱਥੇ। ਹੁਣ ਸਵਾਲ ਤਾਂ ਇਹ ਫਾਇਦਾ ਹੁੰਦਾ, ਉਹ ਫੌਜ 20 ਸਾਲ ਉੱਥੇ ਰਹੀ ਹੈ। ਹਾਂਜੀ। ਉਹਨਾਂ ਨੇ ਹਜ਼ਾਰਾਂ ਹੀ ਬੰਦੇ ਮਾਰੇ ਜੀ, ਤੇ ਉਹਨਾਂ ਹਜ਼ਾਰਾਂ ਮਤਲਬ 3300 ਦੇ ਮੁਕਾਬਲੇ 20 ਸਾਲ ਤੁਹਾਡੀ ਫੌਜ ਉੱਥੇ ਰਵੇ, ਹਜ਼ਾਰਾਂ ਬੰਦੇ ਮਾਰੇ, ਉਹ ਸੈਲਫ ਡਿਫੈਂਸ ਹੈ ਕੋਈ? ਸੋ ਇਸ ਤਰ੍ਹਾਂ ਦੀਆਂ ਫਰੀਦ ਜ਼ਕਾਰੀਆ ਨੇ ਥੋੜੀ ਜਿਹੀ ਹਿੰਮਤ ਕਰਕੇ ਇਹ ਸਵਾਲ ਪੈਦਾ ਕੀਤੇ ਕਿ ਆਪਣੇ ਪੀੜੇ ਦੇ ਥੱਲੇ ਸੋਟਾ ਫੇਰ ਕੇ ਦੇਖੀਏ ਕੀ ਅਸੀਂ ਅੰਤਰਰਾਸ਼ਟਰੀ ਲਾਅ ਨੂੰ ਮੰਨਦੇ ਹਾਂ ਜੀ, ਬਿਲਕੁਲ, ਦੂਸਰਿਆਂ ਨੂੰ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ ਜੀ। ਤੇ ਹੁਣ ਹੋ ਗਿਆ ਸਿਆਣਪ ਦੀ ਗੱਲ ਕਰਨ ਦਾ। ਹਾਂਜੀ ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਜਿੱਥੇ ਬਿੱਲੀ ਨਾਈ ਹੋਵੇ ਉੱਥੇ ਚੂਹੇ ਬਿਨਾਂ ਹਜਾਮਤ ਦੇ ਫਿਰਦੇ ਨੇ। ਵਾਕਿਆ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਮੈਸੇਜ ਕਰਕੇ ਦੱਸ ਸਕਦੇ ਹੋ। ਤੁਹਾਡੀ ਫੀਡਬੈਕ ਸਾਡੇ ਲਈ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਹਾਂ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਹੈ ਜੀ ਰੇਡੀਓ ਇੰਡੀਆ 1110 ਦੇ ਨਾਂ ਹੇਠ। ਡੇਲੀ ਨਿਊਜ਼ ਅਪਡੇਟ ਦੇ ਲਈ ਵੀ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਜ਼ਰੂਰ ਕਰੋ। ਤੁਸੀਂ ਸਾਨੂੰ ਈਮੇਲ ਵੀ ਲਿਖ ਸਕਦੇ ਹੋ info@radioindia.ca ਤੇ info@radioindia.ca। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।